ਭਾਸ਼ਾ ਦੇ ਉੱਤੇ ਜੇ ਅਸੀਂ ਸਾਰੇ ਪੰਜਾਬ ਦੇ ਵਿੱਚ ਲੋਕਾਂ ਨੂੰ ਫੋਨ ਜਦੋਂ ਮੈਂ ਲਾਉਣ ਲੱਗਿਆ ਵੀ ਮੈਂ ਕਿਹਦੀ ਇੰਟਰਵਿਊ ਕਰਾਂ, ਕਿਹਨੂੰ ਲੈ ਕੇ ਆਵਾਂ, ਤੇ ਸਾਰਿਆਂ ਨੇ ਇੱਕ ਨਾਮ ਦੱਸਿਆ ਵੀ ਜੋਗਾ ਸਿੰਘ ਵਿਰਕ। ਬਹੁਤ ਸਾਰੇ ਲੋਕ, ਇੱਕ ਦੋ ਨੌਜਵਾਨ ਮੈਨੂੰ ਕਹਿੰਦੇ ਯਾਰ ਭਾਸ਼ਾ ਤੇ ਕੌਣ ਭਾਲ ਕਰੀ ਜਾਂਦਾ, ਭਾਸ਼ਾ ਦੀ ਭਾਲ ਕੀ ਕਰਨੀ ਹੁੰਦੀ ਆ। ਕਿਸੇ ਵੀ ਭਾਸ਼ਾ ਦੇ ਕਿੰਨੀ ਕੁ ਉਹਦੇ ਚ ਜਾਨ ਹੈ, ਕਿੰਨੀ ਕੁ ਉਹ ਜਿਉਂਦੀ ਹੈ, ਕਿੰਨੀ ਕੁ ਮਰੀ ਹੈ ਜਾਂ ਨਹੀਂ ਮਰੀ, ਹਿਸਾਬ ਲਾਣਾ ਹੋਏ ਤੇ ਘਰਾਂ ਦੇ ਵਿੱਚ ਕਿਸੇ ਹੋਰ ਭਾਸ਼ਾ ਦੀ ਵਰਤੋਂ ਆਪਸ ਵਿੱਚ ਕਰ ਦਿੰਦੇ, ਸ਼ੁਰੂ ਕਰ ਦਿੰਦੇ ਨੇ, ਤਾਂ ਇਹਦਾ ਮਤਲਬ ਹੈ ਕਿ ਉਸ ਭਾਸ਼ਾ ਨੂੰ ਬਹੁਤ ਵੱਡਾ ਖਤਰਾ ਹੈ। ਜੇ ਪੰਜਾਬ ਸਰਕਾਰ ਇਹ ਐਲਾਨ ਕਰਦਾ ਕਿ ਪੰਜਾਬ ਦੇ ਸਾਰੇ ਨੌਕਰੀਆਂ ਦੇ ਇਮਤਿਹਾਨ, ਪੰਜਾਬ ਦੀ ਸਾਰੀ ਵਿਦਿਆ, ਪੰਜਾਬ ਦਾ ਸਾਰਾ ਪ੍ਰਸ਼ਾਸਨ ਦਾ ਕੰਮ ਪੱਕਾ ਪੰਜਾਬੀ ਚ ਹੋਏਗਾ। ਸਰਕਾਰਾਂ ਤੇ ਚਾਹੁੰਦੀਆਂ ਨੇ ਜਿੰਨੀ ਛੇਤੀ ਮਾਰ ਦਿੱਤਾ ਜਾਵੇ ਸਾਰੀਆਂ ਭਾਸ਼ਾਵਾਂ ਨੂੰ। ਪੰਜਾਬ ਦੀ ਸਰਕਾਰ ਚਾਹੁੰਦੀ ਹੈ ਜਿੰਨੀ ਛੇਤੀ ਮਰਦੀ ਉਹਨਾਂ ਚੰਗਾ ਹੈ। ਭਾਰਤ ਦੀ ਸਰਕਾਰ ਸਾਰੀਆਂ ਭਾਰਤੀ ਭਾਸ਼ਾਵਾਂ ਨੂੰ ਹਿੰਦੀ ਸਮੇਤ ਮਾਰਨ ਤੇ ਤੁਲੀ ਹੋਈ ਹੈ। ਔਰ ਅੱਜ ਦੇ ਜ਼ਮਾਨੇ ਦੇ ਵਿੱਚ ਜਿਹੜੀ ਭਾਸ਼ਾ ਸਕੂਲ ਤੋਂ ਬਾਹਰ ਨਿਕਲ ਗਈ ਉਹਨੂੰ ਬਚਾ ਨਹੀਂ ਸਕਦਾ ਕੋਈ, ਦੁਨੀਆ 'ਚ ਕੋਈ ਤਾਕਤ ਨਹੀਂ ਜਿਹਨੂੰ ਬਚਾ ਸਕਦੀ ਹੋਵੇ। ਜਿਹੜਿਆਂ ਨੂੰ ਸਰਕਾਰ ਨੇ ਗੱਫੇ ਦਿੱਤੇ ਜਾਂ ਜਿਹੜਿਆਂ ਨੇ ਪੰਜਾਬੀ ਮਾਂ ਬੋਲੀ ਦੇ ਸਿਰ ਤੋਂ ਖਾਧਾ ਜਾਂ ਉਹਨਾਂ ਦੇ ਏਡੇ ਏਡੇ ਨਾਂ ਬਣੇ, ਉਹ ਕੁਝ ਇੰਟਰਵਿਊਆਂ ਦੇ ਵਿੱਚ ਕੁਝ ਹੋਰ ਬੋਲ ਰਹੇ ਨੇ, ਸਟੇਜਾਂ ਦੇ ਉੱਤੇ ਗੱਲਾਂ ਹੋਰ ਹੁੰਦੀਆਂ ਤੇ ਪ੍ਰੈਕਟੀਕਲ ਦੇ ਵਿੱਚ ਕੁਝ ਵੀ ਨਹੀਂ, ਉੱਥੇ ਚੀਜ਼ਾਂ ਬਦਲ ਜਾਂਦੀਆਂ ਗਈਆਂ। ਤੁਸੀਂ ਇਸ ਗੱਲ ਦੇ ਨਾਲ ਪੰਜਾਬ ਦੇ ਵਿੱਚ ਪੰਜਾਬੀ ਵਾਸਤੇ ਜਿੰਨੀ ਗੱਲ ਪੰਜਾਬ ਦੇ ਲਿਖਾਰੀਆਂ ਨੇ ਪਿਛਲੇ 60 ਸਾਲਾਂ ਦੇ ਵਿੱਚ ਕੀਤੀ ਹੈ, ਜਦੋਂ ਦਾ ਪੰਜਾਬ ਬਣਿਆ, ਹੋਰ ਕਿਸੇ ਧਿਰ ਨੇ ਪੰਜਾਬੀ ਵਾਸਤੇ ਇੰਨੀ ਗੱਲ ਨਹੀਂ ਕੀਤੀ। ਕਿ ਕਿਉਂ ਲਿਖਾਰੀਆਂ ਨੂੰ ਨਿੰਦਣ ਤੇ ਜ਼ਿਆਦਾ ਨੇ? ਉਹਨਾਂ ਨੂੰ ਪਤਾ ਹੈ ਵੀ ਇਹ ਲਿਖਾਰੀ ਹੀ ਨੇ ਜਿਹੜੇ ਪੰਜਾਬੀ ਦੀ ਸਭ ਤੋਂ ਵੱਧ ਗੱਲ ਕਰਦੇ ਨੇ। ਤੇ ਜੇ ਇਹਨਾਂ ਨੂੰ ਅਸੀਂ ਪੈਂਚਰ ਕਰ ਦਈਏ, ਇਹਨਾਂ ਨੂੰ ਦਾਗੀ ਕਰ ਦਈਏ ਵੀ ਇਹ ਤੇ ਨਾਮ ਲੈਂਦੇ। ਭਾਸ਼ਾ ਵਿਭਾਗ ਨੂੰ ਜਦੋਂ ਸਰਕਾਰ ਨੇ ਦੀਵਾਨੀ ਦੇਣੀ ਨਹੀਂ, ਉਹਨਾਂ ਕੋਲ ਕਿਤੇ ਆਪਣਾ ਦਫ਼ਤਰ ਦਾ ਕੰਮ ਚਲਾਉਣ ਨੂੰ ਕਲਰਕ ਵੀ ਹੈ ਨਹੀਂ, ਤਾਂ ਕਿ ਉਹ ਪੰਜਾਬੀ ਭਾਸ਼ਾ ਦੀ ਖੋਜ ਕਰਨਗੇ। ਸਤਿ ਸ਼੍ਰੀ ਅਕਾਲ ਜੀ, ਮੈਂ ਰਤਨਦੀਪ ਸਿੰਘ ਧਾਲੀਵਾਲ ਸਵਾਗਤ ਕਰਦੇ ਹਾਂ ਇੱਕ ਹੋਰ ਖਾਸ ਮੁਲਾਕਾਤ ਲੈ ਕੇ ਹਾਜ਼ਰ ਹੋਏ ਹਾਂ। ਅੱਜ ਦਾ ਵਿਸ਼ਾ ਭਾਸ਼ਾ ਨੂੰ ਲੈ ਕੇ ਹੋਊਗਾ, ਮਾਂ ਬੋਲੀ ਨੂੰ ਲੈ ਕੇ ਹੋਊਗਾ। ਹਾਲਾਂਕਿ ਇਹਦੇ ਉੱਤੇ ਤੁਸੀਂ ਸਾਡੇ ਦੂਜੇ ਚੈਨਲ ਦੇ ਉੱਤੇ ਪੌਡਕਾਸਟ ਵੀ ਦੇਖਿਆ ਹੈਗਾ, ਪਰ ਅੱਜ ਅਸੀਂ ਜਿਨ੍ਹਾਂ ਨੂੰ ਤੁਹਾਡੇ ਸਨਮੁਖ ਕਰਾਂਗੇ ਭਾਸ਼ਾ ਦੇ ਵਿੱਚ ਉਹ ਮਾਹਰ ਨੇ, ਭਾਸ਼ਾ ਦੇ ਉੱਤੇ ਉਹਨਾਂ ਦਾ ਇੱਕ ਤਜਰਬਾ ਹੈਗਾ, ਉਹਨਾਂ ਨੇ ਰਿਸਰਚ ਕੀਤੀ ਆ, ਖੋਜ ਕੀਤੀ ਆ। ਅੱਜ ਦੀ ਇੰਟਰਵਿਊ ਚਾਹੇ ਛੋਟੀ ਹੋਵੇ, ਗੱਲਾਂ ਤਾਂ ਚਾਹੇ ਤੁਹਾਨੂੰ ਥੋੜ੍ਹੀਆਂ ਸਿੱਖਣ ਨੂੰ ਮਿਲਣ, ਪਰ ਅਸੀਂ ਇਹਨਾਂ ਨੂੰ ਬੇਨਤੀ ਵੀ ਕੀਤੀ ਹੈ ਵੀ ਇਹ ਸਾਡੇ ਕੋਲੇ ਉਸ ਪ੍ਰੋਗਰਾਮ ਦੇ ਵਿੱਚ ਘਰੇ ਆ ਕੇ 1.5-2 ਘੰਟਿਆਂ ਦਾ ਪੌਡਕਾਸਟ ਵੀ ਅਸੀਂ ਇੱਕ ਸ਼ੂਟ ਕਰਾਂਗੇ ਇਹਨਾਂ ਦੇ ਨਾਲ, ਕਿਉਂਕਿ ਡੂੰਘਾਈ ਦੇ ਨਾਲ ਪਤਾ ਲੱਗ ਸਕੇ। ਪਰ ਅੱਜ ਦਾ ਜਿਹੜਾ ਵਿਸ਼ਾ ਹੈਗਾ ਸਿਰਫ ਅਸੀਂ ਛੋਣ ਦੀ ਕੋਸ਼ਿਸ਼ ਕਰਾਂਗੇ। ਸਾਡੇ ਨਾਲ ਮੌਜੂਦ ਰਹਿਣਗੇ ਜੋਗਾ ਸਿੰਘ ਵਿਰਕ ਸਾਹਿਬ। ਵਿਰਕ ਸਾਹਿਬ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਠੀਕ ਠਾਕ ਹੋ? ਬਹੁਤ ਬਹੁਤ ਮਿਹਰਬਾਨੀ। ਭਾਸ਼ਾ ਦੇ ਉੱਤੇ ਜੇ ਅਸੀਂ ਸਾਰੇ ਪੰਜਾਬ ਦੇ ਵਿੱਚ ਲੋਕਾਂ ਨੂੰ ਫੋਨ ਜਦੋਂ ਮੈਂ ਲਾਉਣ ਲੱਗਿਆ ਵੀ ਮੈਂ ਕਿਹਦੀ ਇੰਟਰਵਿਊ ਕਰਾਂ, ਕਿਹਨੂੰ ਲੈ ਕੇ ਆਵਾਂ, ਤੇ ਸਾਰਿਆਂ ਨੇ ਇੱਕ ਨਾਮ ਦੱਸਿਆ ਵੀ ਜੋਗਾ ਸਿੰਘ ਵਿਰਕ। ਮਿਹਰਬਾਨੀ ਜੀ। ਹੁਣ ਮੈਨੂੰ ਇਹ ਦੱਸ ਦਿਓ ਜੋਗਾ ਸਿੰਘ ਜੀ ਵੀ ਤੁਸੀਂ ਅਜਿਹਾ ਕੀ ਲੱਭਿਆ ਜਾਂ ਅਜਿਹਾ ਕੀ ਕੀਤਾ ਵੀ ਇੱਕ ਤਾਂ ਲੋਕ ਤੁਹਾਡੀ ਬਹੁਤ ਤਾਰੀਫ ਕਰਦੇ ਆ, ਤਾਂ ਮੈਂ ਪੁੱਛਣਾ ਚਾਹਣਾਗਾ, ਕਿਉਂਕਿ ਬਹੁਤ ਸਾਰੇ ਲੋਕ, ਇੱਕ ਦੋ ਨੌਜਵਾਨ ਮੈਨੂੰ ਕਹਿੰਦੇ ਯਾਰ ਭਾਸ਼ਾ ਤੇ ਕੌਣ ਭਾਲ ਕਰੀ ਜਾਂਦਾ, ਭਾਸ਼ਾ ਦੀ ਭਾਲ ਕੀ ਕਰਨੀ ਹੁੰਦੀ ਆ। ਮਤਲਬ ਨੌਜਵਾਨਾਂ ਨੂੰ ਉਹ ਵੀ ਦੱਸ ਦਿਓ ਜਿਹੜੇ ਸਾਡੇ ਵਰਗੇ ਜਿਨ੍ਹਾਂ ਨੂੰ ਬੁੱਧੀ ਹੈ ਨਹੀਂ। ਤੇ ਦੂਜੀ ਗੱਲ ਇਹ ਵੀ ਆ ਵੀ ਅੱਜ ਅਸੀਂ ਭਾਸ਼ਾ ਦੇ ਮਾਮਲੇ ਦੇ ਵਿੱਚ, ਮਾਂ ਬੋਲੀ ਦੇ ਮਾਮਲੇ 'ਚ ਕਿੱਥੇ ਖੜੇ ਆ? ਦੋਨੇ ਜਵਾਬ ਚਾਹੀਦੇ ਆ। ਸਾਰੇ ਵੇਖਣ ਸੁਣਨ ਵਾਲਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਸਾਰੇ ਪੰਜਾਬੀਆਂ ਨੂੰ। ਔਰ ਤੁਹਾਡਾ ਚੈਨਲ ਵਾਲਿਆਂ ਦਾ ਬਹੁਤ ਧੰਨਵਾਦ, ਤੁਸੀਂ ਮੌਕਾ ਦਿੱਤਾ ਮੇਰੇ ਆਪ ਗੱਲ ਕਰਨ ਦਾ ਜੀ। ਔਰ ਤੁਸੀਂ ਇਹ ਸਵਾਲ ਕੀਤਾ ਹੈ ਕਿ ਪੰਜਾਬੀ ਭਾਸ਼ਾ ਕਿੱਥੇ ਖੜੀ ਹੈ। ਦੂਜੀ ਗੱਲ ਆਪਾਂ ਥੋੜੀ ਬਾਅਦ 'ਚ ਕਰਾਂਗੇ ਜੀ ਵੀ ਇਹਦੀ ਸਾਨੂੰ ਕਿੰਨੀ ਲੋੜ ਹੈ ਤੇ ਕਿਉਂ ਲੋੜ ਹੈ ਜੀ। ਜਿਹੜਾ ਇਹ ਸਵਾਲ ਹੈ, ਇਹ ਕੋਈ ਸਵਾਲ ਪਹਿਲੀ ਵਾਰੀ ਭਾਸ਼ਾ, ਕਿਸੇ ਭਾਸ਼ਾ ਬਾਰੇ ਜਾਂ ਖਾਸ ਤੌਰ ਤੇ ਪੰਜਾਬੀ ਬਾਰੇ ਵੀ ਕੋਈ ਪਹਿਲੀ ਵਾਰੀ ਨਹੀਂ ਹੋਇਆ। ਇਹ ਭਾਸ਼ਾਵਾਂ ਕਦੋਂ ਮਰਦੀਆਂ ਨੇ, ਕਦੋਂ ਜਿਉਂਦੀਆਂ ਨੇ, ਕਿੰਨੀ ਕੁ ਭਾਸ਼ਾ ਕੋਈ ਜਿਉਂਦੀ ਹੈ ਜਾਂ ਕਿੰਨੀ ਕੁ ਉਹਦੀ ਜਾਨ ਬਚੀ ਹੈ ਜਾਂ ਨਹੀਂ ਬਚੀ, ਇਸ ਗੱਲ ਦੇ ਉੱਤੇ ਸਿਆਣਿਆਂ ਨੇ ਸਾਰੀ ਦੁਨੀਆ ਦੇ ਉੱਤੇ ਵੱਖ-ਵੱਖ ਭਾਸ਼ਾਵਾਂ ਦੇ ਬਾਰੇ ਜਿਹੜੀਆਂ ਖਤਰੇ ਹੇਠ ਨੇ ਜਾਂ ਨਹੀਂ ਵੀ, ਉਹਨਾਂ ਬਾਰੇ ਪੜਤਾਲ ਕੀਤੀ ਹੈ। ਤੇ ਉਹਨਾਂ ਨੇ ਕੁਝ ਗੱਲਾਂ ਦੱਸੀਆਂ ਨੇ ਵੀ ਜੇ ਆਹ ਲੱਛਣ ਹੋਣ ਕਿਸੇ ਭਾਸ਼ਾ ਦੇ ਬਾਰੇ, ਤੇ ਸਮਝੋ ਕਿ ਉਹ ਭਾਸ਼ਾ ਬੜੇ ਭਾਰੀ ਦਬਾਅ ਹੇਠ ਹੈ ਜਾਂ ਖਤਰੇ ਹੇਠ ਹੈ ਜਾਂ ਮਰਨ ਦੇ ਕੰਢੇ ਤੇ ਵੇ ਜਾਂ ਮਰ ਚੁੱਕੀ ਹੈ।
ਤਾਂ ਉਹਨਾਂ ਨੇ ਕੋਈ ਸਾਨੂੰ ਜਿਹੜੇ ਲੱਛਣ ਦੱਸੇ ਨੇ, ਜਿਵੇਂ ਅਸੀਂ ਕਿਸੇ ਵੀ ਰੋਗੀ ਦਾ ਉਹਦੇ ਲੱਛਣਾਂ ਤੋਂ ਜਿਹੜਾ ਵੈਦ ਹੈ, ਜਿਹੜਾ ਡਾਕਟਰ ਹੈ, ਉਹਦਾ ਹਿਸਾਬ ਲਾਉਂਦਾ ਹੈ ਵੀ ਇਹਨੂੰ ਕੀ ਬਿਮਾਰੀ ਹੋ ਸਕਦੀ ਹੈ। तो जे उस ਜਿਹੜੀ ਯੂਨੈਸਕੋ ਹੈ, ਸੰਯੁਕਤ ਰਾਸ਼ਟਰ ਸੰਘ ਦੀ ਸਿੱਖਿਆ ਬਾਰੇ ਸੰਸਥਾ ਹੈ, ਉਹਨੇ ਇੱਕ ਇਹਦੇ ਬਾਰੇ ਆਪਣਾ ਇੱਕ ਪਰਚਾ ਵੀ ਕੱਢਿਆ, ਇੱਕ ਲਿਖਿਆ, ਤੇ ਉਹਦੇ ਵਿੱਚ ਉਹਨੇ 9 ਚੀਜ਼ਾਂ ਦੱਸੀਆਂ ਨੇ ਵੀ ਜਦੋਂ ਇਹ 9 ਲੱਛਣ ਹੋਣ ਤਾਂ ਸਮਝੋ ਕਿ ਭਾਸ਼ਾ ਜਿਹੜੀ ਹੈ ਭਾਰੀ ਦਬਾਅ ਹੇਠ ਹੋ ਸਕਦੀ ਹੈ ਜਾਂ ਮਰਨ ਕੰਢੇ ਵੇ। ਤਾਂ ਜੇ ਉਹਨਾਂ ਸਾਰੇ 9 ਲੱਛਣ, ਕਿਉਂਕਿ ਆਪਣੇ ਕੋਲ ਸਮਾਂ ਥੋੜਾ ਹੈ ਔਰ ਮੈਂ ਇੱਕ ਇੱਕ ਕਰਕੇ ਉਹਨਾਂ ਦੇ ਸਾਰੇ ਵਿਸਤਾਰ 'ਚ ਨਹੀਂ ਜਾਣਾ ਚਾਹੁੰਦਾ, मैं सिर्फ जो उन्होंने सारे 9 नूं एक लक्षण दे विच समेटना होए, एक सार कढ़ना होए, तत्त कढ़ना होए, तो मैं कहांगा भी किसी भी भाषा दे किन्नी को उहदे च जान है, किन्नी को जिउंदी है, किन्नी को मरी है या नहीं मरी, हिसाब लाना होए तो इस गल तो लाया जा सकता है कि उस भाषा की वरतों किन्नी हो रही है वख-वख खेतरां दे विच। हुण खेतर वख-वख ने, परिवार का खेतर है, प्रशासन का खेतर है, मंडी का खेतर है, बाजार का खेतर है, लिखण का साहित्य का खेतर है, होर असीं समग्री बनाउने आ, पोथियां लिखने आ, कोश बनाउने आ, तो ये सारे वख-वख तरह के खेतर ने। पर जिहड़ा सब तो नाजुक खेतर हुंदा है, जदों आपां समझदे कि हुण इस भाषा दे बहुत वड्डा दबाव है और इहदे मरण का एक खतरा भी पैदा हो गया वड्डा, तां ओह इह वे कि जदों किसी भाषा नूं बोलण वाले घरां दे विच किसी होर भाषा की वरतों आपस विच कर दिंदे, शुरू कर दिंदे ने, ਤਾਂ ਇਹਦਾ ਮਤਲਬ ਹੈ ਕਿ ਉਸ ਭਾਸ਼ਾ ਨੂੰ ਬਹੁਤ ਵੱਡਾ ਖਤਰਾ ਹੈ ਜੀ। ਹੁਣ ਜੇ ਇਸ ਲੱਛਣ ਦੇ ਹਿਸਾਬ ਨਾਲ ਅਸੀਂ ਪੰਜਾਬੀ ਤੇ ਝਾਤ ਮਾਰੀਏ ਤੇ ਮੈਂ ਤੁਹਾਨੂੰ ਕੱਲ ਦੀਆਂ ਹੀ 2-3 ਮਿਸਾਲਾਂ ਦੇਣੀਆਂ ਚਾਹਾਂਗਾ ਜਿਹੜੀਆਂ ਇਹ ਗੱਲ ਨੂੰ ਥੋੜਾ ਸਾਫ਼ ਕਰਨਗੀਆਂ ਵੀ ਇਹ ਲੱਛਣ ਜਿਹੜਾ ਕਿੰਨਾ ਕੁ ਗੰਭੀਰ ਹੈ ਜਾਂ ਨਹੀਂ ਜੀ। ਮੈਂ ਕੱਲ ਇੱਕ ਗਲੀ ਚੋਂ ਲੰਘਦਾ ਪਿਆ ਸਾਂ ਤੇ ਪੰਜਾਬੀ ਬੱਚੇ ਖੇਡਦੇ ਸਨ ਪਏ ਜੀ। ਤਾਂ ਉਹ ਮੈਨੂੰ ਪਤਾ ਹੈ ਵੀ ਉਹ ਪੰਜਾਬੀ ਬੱਚੇ ਨੇ, पर वो बच्चे आपस दे विच हिंदी च गलबात करते सन पे सारे खेडदे खेडदे भी। कल ही मैं एक पंजाबी विश्वविद्यालय दे बैंक च गया, जिहड़ी कि पंजाबी दा बहुत वड्डी थां है और पंजाबी लई बड़ी है, तो उहदे मैं बैंक च गया तो उत्थे एक प्रोफैसर साहब आए जिहड़े पंजाबी साहित्य दे नाल बहुत नेड़े जुड़े हुए ने। तो वो आके बैंक दे विच जिहड़ा बैंक दा मुलाजिम सी उहदे नाल हिंदी च गल करदे पए सन। ਤਾਂ ਜਦੋਂ ਇਹ ਸਥਿਤੀ ਆ ਗਈ ਹੈ ਕਿ ਹੁਣ ਅਸੀਂ ਕਿਸੇ ਵੀ ਥਾਂ ਤੇ ਆਪਣੀ ਭਾਸ਼ਾ ਬੋਲਣ ਦੇ ਵਿੱਚ ਹੀਨਤਾ ਮਹਿਸੂਸ ਕਰ ਰਹੇ ਹਾਂ, ਤੇ ਇਹਦਾ ਮਤਲਬ ਹੈ ਕਿ ਇਸ ਭਾਸ਼ਾ ਬਹੁਤ ਭਾਰੀ ਦਬਾਅ ਹੇਠ ਹੈ ਔਰ ਇਹਦੇ ਮਰਨ ਦਾ ਖਤਰਾ ਹੈ। ਔਰ ਤੁਸੀਂ ਵੇਖ ਲਓ ਕਿ ਕਿਸੇ ਗਲੀ 'ਚ ਜਾਓ, ਕਿਸੇ ਵਿਰਲੇ ਨੇ ਆਪਣਾ ਨਾਂ ਜਿਹੜਾ ਹੈ ਬਾਹਰ ਗੁਰਮੁਖੀ ਦੇ ਵਿੱਚ ਲਿਖਿਆ ਹੁੰਦਾ, ਸਾਰੇ ਨਾਂ ਜਿਹੜੇ ਨੇ ਉਹ ਅੰਗਰੇਜ਼ੀ 'ਚ ਲਿਖੇ ਹੁੰਦੇ ਨੇ। ਤਾਂ ਜਦੋਂ ਔਰ ਜਿਹੜਾ ਸਭ ਤੋਂ ਵੱਡੀ ਗੱਲ ਹੈ ਕਿ ਇਸ स्थिति नूं बदल कौन सकता है, इस स्थिति नूं दो बंदे बदल सकते हैं, 2 चीज़ां जिहड़ियां बदल सकदियां। एक तो सरकार जो अपनी नीतियां ऐसियां बढ़ादा है कि पंजाबी नूं बहुत वड्डा बल मिले, दूजी भाषा नूं जिहड़ा बाहर कढिया जाए। मिसाल लई जे पंजाब सरकार ऐलान कर दे कि पंजाब दे सारे नौकरियां दे इम्तिहान, पंजाब दी सारी विद्या, पंजाब दा सारा प्रशासन दा काम पक्का पंजाबी च होएगा, तां फिर हर एक नूं पंजाबी सीखनी पैगी। आ पिछे जी एक ਜਿਹੜਾ ਆ ਉਹ ਆਬਕਾਰੀ ਵਿਭਾਗ ਦੇ ਇੰਸਪੈਕਟਰਾਂ ਦਾ ਇਮਤਿਹਾਨ ਹੋਇਆ ਵੀ ਸੀ, ਤਾਂ ਉਹਦੇ 'ਚ 50 ਨੰਬਰ ਦੀ ਪੰਜਾਬੀ ਕੁਆਲੀਫਾਈਂਗ ਪਾਈ ਵੀ, ਇਹਦੇ 'ਚ ਪਾਸ 50 ਨੰਬਰ ਲੈਣੇ ਜ਼ਰੂਰੀ ਨੇ, ਤੇ ਨਾਲ ਦੀ ਨਾਲ ਜਿਹੜਾ 100 ਨੰਬਰ ਦਾ ਪਰਚਾ ਸੀ ਉਹਦੇ ਵਿੱਚ 13 ਕੁ ਨੰਬਰ ਪੰਜਾਬੀ ਦੇ ਮੈਰਿਟ ਬਣਾਉਣ ਵਾਸਤੇ, ਦਰਜਾਬੰਦੀ ਵਾਸਤੇ ਵੀ ਪਾਏ। ਤਾਂ ਉਹਦੇ ਨਾਲ ਬੜਾ ਪੰਜਾਬੀ ਨੂੰ ਬਲ ਮਿਲਿਆ, ਲੋਕਾਂ ਨੂੰ ਲੱਗਾ ਵੀ ਹੁਣ ਪੰਜਾਬ ਦੀ ਨੌਕਰੀ ਵਾਸਤੇ ਤੁਹਾਨੂੰ ਕੋਈ ਨਾ ਕੋਈ ਪੰਜਾਬੀ ਸਿੱਖਣੀ ਪੈਣੀ ਹੈ। ਤਾਂ ਸਰਕਾਰ ਦਾ ਵਤੀਰਾ ਕੀ ਹੈ? ਪਰ ਇਹ ਤੇ ਗੱਲ ਹੈ ਹਾਲੀ 10 ਕੁ ਦਿਨ ਪਹਿਲਾਂ ਦੀ, ਤੇ ਹੁਣ 18 ਅੱਜ 14 ਤਰੀਕ ਹੈ, ਤੇ 14 ਦਿਨਾਂ ਨੂੰ 18 ਤਰੀਕ ਨੂੰ ਜਿਹੜੇ ਨੇ ਫਿਰ ਜਿਹੜੇ ਨੇ ਕੋਈ ਪੇਪਰ ਹੋਣ ਜਾ ਰਹੇ ਨੇ ਨਾਇਬ ਤਹਿਸੀਲਦਾਰ ਦੇ, ਉਹਦੇ ਵਿੱਚ ਨਾ ਤੇ ਪੰਜਾਬੀ ਜਿਹੜੀ ਉਹ ਕੁਆਲੀਫਾਈਂਗ ਮਤਲਬ ਯੋਗਤਾ ਵਾਲਾ ਵੀ ਪੰਜਾਬੀ ਵਾਲਾ ਪਰਚਾ ਹੈ, ਤੇ ਨਾ ਜਿਹੜਾ ਬਾਕੀ ਜਿਹੜਾ ਪਾਠਕ੍ਰਮ ਹੈ ਜਾਂ ਸਿਲੇਬਸ ਹੈ ਉਹਦੇ ਵਿੱਚ ਪੰਜਾਬੀ ਦੀ ਕੋਈ ਥਾਂ ਹੈ। ਤਾਂ ਸਰਕਾਰਾਂ ਤੇ ਚਾਹੁੰਦੀਆਂ ਨੇ ਜਿੰਨੀ ਛੇਤੀ ਮਾਰ ਦਿੱਤਾ ਜਾਵੇ ਸਾਰੀਆਂ ਭਾਸ਼ਾਵਾਂ ਨੂੰ। ਪੰਜਾਬ ਦੀ ਸਰਕਾਰ ਚਾਹੁੰਦੀ ਹੈ ਜਿੰਨੀ ਛੇਤੀ ਮਰਦੇ ਉਹਨਾਂ ਚੰਗਾ ਹੈ। ਭਾਰਤ ਦੀ ਸਰਕਾਰ ਸਾਰੀਆਂ ਭਾਰਤੀ ਭਾਸ਼ਾਵਾਂ ਨੂੰ ਹਿੰਦੀ ਸਮੇਤ ਮਾਰਨ ਤੇ ਤੁਲੀ ਹੋਈ ਹੈ, ਔਰ ਉਹ ਪੂਰੀਆਂ ਇਹੋ ਜਿਹੀਆਂ ਸਥਿਤੀਆਂ ਬਰਕਰਾਰ ਰੱਖ ਰਹੇ ਨੇ ਕਿ ਜਿਹਦੇ ਵਿੱਚ ਪੰਜਾਬ ਜਿਹੜੀਆਂ ਨੇ ਸਕੂਲਾਂ ਤੋਂ ਕਿਸੇ ਵੀ ਭਾਸ਼ਾ ਨੂੰ, ਸਾਰੀਆਂ ਭਾਰਤੀ ਭਾਸ਼ਾਵਾਂ ਨੂੰ, ਹਿੰਦੀ ਨੂੰ ਵੀ ਬਾਹਰ ਕਰ ਦਿੱਤਾ ਜਾਏ। ਔਰ ਅੱਜ ਦੇ ਜ਼ਮਾਨੇ ਦੇ ਵਿੱਚ ਜਿਹੜੀ ਭਾਸ਼ਾ ਸਕੂਲ ਤੋਂ ਬਾਹਰ ਨਿਕਲ ਗਈ ਉਹਨੂੰ ਬਚਾ ਨਹੀਂ ਸਕਦਾ ਕੋਈ, ਦੁਨੀਆ 'ਚ ਕੋਈ ਤਾਕਤ ਨਹੀਂ ਜਿਹਨੂੰ ਬਚਾ ਸਕਦੀ ਹੋਵੇ, ਕਿਉਂਕਿ ਹਰ ਇੱਕ ਬੱਚਾ ਜਿਹੜਾ ਉਹ ਪਾਠਸ਼ਾਲਾ ਜਾਂਦਾ ਪਿਆ, ਸਕੂਲ ਜਾਂਦਾ ਪਿਆ, ਔਰ ਜਿਹੜੀ ਭਾਸ਼ਾ ਦੇ ਵਿੱਚ ਉਹਦੀ ਪੜ੍ਹਾਈ ਹੋਣੀ ਹੈ ਉਹ ਭਾਸ਼ਾ ਦੇਰ ਸਵੇਰ ਉਹਦੀ ਪਹਿਲੀ ਭਾਸ਼ਾ ਬਣ ਜਾਣੀ ਹੈ। ਉਹ ਆਪਣੀ ਮਾਂ ਬੋਲੀ ਨਾਲ ਵੀ ਉਹਨੂੰ ਉਹ ਭਾਸ਼ਾ ਵੱਧ ਆਵੇਗੀ, ਤਾਂ ਫਿਰ ਉਹਦਾ ਆਪਣਾ ਸਵਾਰਥ ਬਣ ਜਾਏਗਾ ਕਿ ਸਕੂਲ 'ਚ ਵੀ ਪੰਜਾਬੀ 'ਚ ਮਾਧਿਅਮ 'ਚ ਅੰਗਰੇਜ਼ੀ ਮਾਧਿਅਮ 'ਚ ਪੜ੍ਹਾਈ ਹੋਏਗੀ, ਮੇਰੇ ਲਈ ਸੌਖਾ ਹੋਏਗਾ।
ਦਫ਼ਤਰ 'ਚ ਅੰਗਰੇਜ਼ੀ 'ਚ ਕੰਮ ਹੋਏਗਾ ਮੇਰੇ ਲਈ ਸੌਖਾ, ਕਿਉਂਕਿ ਪੰਜਾਬੀ ਉਹਨੂੰ ਆਉਂਦੀ ਹੈ ਨਹੀਂ। ਤਾਂ ਉਹ ਅੱਜ ਭਾਰਤ ਦਾ ਔਰ ਪੰਜਾਬ ਦਾ ਤਾਂ ਸਗੋਂ ਵੱਧ ਅੱਧਾ ਬੱਚਾ ਜਿਹੜਾ ਅੰਗਰੇਜ਼ੀ ਨਿੱਜੀ ਸਕੂਲਾਂ ਜਾਂਦਾ ਹੈ, ਔਰ ਉਹ ਨਿੱਜੀ ਸਕੂਲ ਜਿਹੜੇ ਬਹੁਤ ਨੇ ਅੰਗਰੇਜ਼ੀ ਮਾਧਿਅਮ ਨੇ। ਇਹਦਾ ਮਤਲਬ ਭਾਰਤ ਦਾ ਅੱਧਾ ਬੱਚਾ ਅੱਜ ਆਪਣੀਆਂ ਬੋਲੀਆਂ ਤੋਂ ਬਿਲਕੁਲ ਟੁੱਟ ਚੁੱਕਾ ਹੈ। ਉਹ ਸਵੇਰ ਤੋਂ ਸ਼ਾਮ ਤੱਕ ਉਹਦਾ ਸਕੂਲ ਦੇ ਰਾਹੀਂ, ਟਿਊਸ਼ਨਾਂ ਦੇ ਰਾਹੀਂ, ਸਾਰੇ ਕਾਸੇ ਦੇ ਰਾਹੀਂ ਪਰਾਈ ਬੋਲੀ, ਵਿਦੇਸ਼ੀ ਬੋਲੀ ਹੋਏ, ਚਾਹੇ ਹਿੰਦੀ ਹੋਏ, ਕਿਧਰੇ ਅੰਗਰੇਜ਼ੀ ਹੋਏ, ਉਹਦੇ ਨਾਲ ਉਹਦਾ ਵਾਹ ਪੈਂਦਾ ਪਿਆ। ਤਾਂ ਇਹਦਾ ਮਤਲਬ ਜਦੋਂ ਬੱਚਿਆਂ ਕੋਲੋਂ ਭਾਸ਼ਾ ਜਾਂਦੀ ਪਈ ਹੈ ਤਾਂ ਭਾਸ਼ਾ ਬਚੇਗੀ ਕਿਵੇਂ? ਔਰ ਜਦੋਂ ਸਰਕਾਰਾਂ ਦਾ ਵਤੀਰਾ ਜਿਹੜਾ ਉਹ ਭਾਸ਼ਾਵਾਂ ਨੂੰ ਮਾਰਨ ਦਾ ਹੈ। ਇਸ ਕਰਕੇ ਮੇਰੀ ਇਹ ਬੇਨਤੀ ਹੈ ਕਿ ਦੂਜੀ ਗੱਲ ਮੈਂ ਜਿਹੜੀ ਖਾਸ ਤੌਰ ਤੇ ਆਖਣਾ ਚਾਹੁੰਦਾ ਵਾ ਸਾਰੇ ਪੰਜਾਬੀਆਂ ਨੂੰ, ਵੀ ਇਹ ਮਾਮਲਾ ਇਹੋ ਜਿਹਾ ਨਹੀਂ ਜਿਹਦੇ ਤੇ ਕੋਈ ਗੱਲ ਨਹੀਂ ਹੋਈ ਜਾਂ ਕਿਸੇ ਸਿਆਣੇ ਨੂੰ ਦੱਸਿਆ ਨਹੀਂ। ਤਾਂ ਜਿਸ ਮਾਮਲੇ ਬਾਰੇ ਸਾਨੂੰ ਅਸੀਂ ਜਾਣਕਾਰੀ ਲੈਣੀ ਹੈ, ਸਿਆਣਿਆਂ ਦਾ ਲਿਖਿਆ ਪੜ੍ਹੀਏ। ਇੱਕ ਯੂਨੈਸਕੋ ਦਾ ਜਿਹੜਾ ਤੁਹਾਨੂੰ ਮੈਂ ਦੱਸਿਆ ਇੱਕ ਬਹੁਤ ਲੰਮਾ ਲੇਖ ਹੈ, ਉਹ ਆਪਣੇ ਮੱਕੜ ਜਾਲ ਦੇ ਉੱਤੇ ਪਿਆ, ਜਿਹੜਾ ਮਰਜ਼ੀ ਉਹਨੂੰ ਪੜ੍ਹ ਸਕਦਾ, ਮੈਂ ਤੁਹਾਨੂੰ ਉਹਦਾ ਪਤਾ ਵੀ ਦੇ ਦਿਆਂਗਾ। ਔਰ ਉਹਦੇ ਆਧਾਰ ਦੇ ਉੱਤੇ ਮੈਂ ਅੱਜ ਤੋਂ ਕੋਈ 10 ਸਾਲ ਪਹਿਲਾਂ ਇੱਕ ਫਿਲਹਾਲ ਰਸਾਲੇ ਦੇ ਵਿੱਚ ਲੇਖ ਲਿਖਿਆ ਸੀ, ਪੰਜਾਬੀ ਨੂੰ ਕਿੰਨਾ ਕੁ ਖਤਰਾ। ਤਾਂ ਮੈਂ ਉਹ ਜਿਹੜੇ ਯੂਨੈਸਕੋ ਨੇ ਸਾਨੂੰ ਲੱਛਣ ਦੱਸੇ ਸੀ, ਉਹਨਾਂ ਦੇ ਆਧਾਰ ਤੇ ਪੰਜਾਬੀ ਦਾ ਮੁਲਾਂਕਣ ਕੀਤਾ ਸੀ। ਉਹ ਦੱਸਿਆ ਸੀ ਵੀ ਕਿਹੜੇ ਕਿਹੜੇ ਲੱਛਣ ਦੇ ਆਧਾਰ ਦੇ ਉੱਤੇ ਪੰਜਾਬੀ ਕਿੱਥੇ ਖਲੋਤੀ ਹੈ। ਤਾਂ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਜੇ ਆਪਾਂ ਜਾਣਨਾ ਚਾਹੁੰਦੇ ਹਾਂ ਇਹਦੇ ਬਾਰੇ, ਤੇ ਅਸੀਂ ਉਹਨਾਂ ਯੂਨੈਸਕੋ ਦਾ ਜਿਹੜਾ ਲਿਖਿਆ ਪੜ੍ਹੀ ਹੈ, ਜਾਂ ਜਿਹੜਾ ਮੈਂ ਪੰਜਾਬੀ 'ਚ ਲਿਖਿਆ, ਉਹ ਤਾਂ ਸਾਰੇ ਪੜ੍ਹ ਸਕਦੇ ਨੇ ਜਿਨ੍ਹਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ। ਤਾਂ ਇਹ ਗੱਲ ਹੈ। ਤਾਂ ਮੈਂ ਮਾਫੀ ਚਾਹੂੰਗਾ, ਮੈਂ ਇੱਕ ਚੀਜ਼ ਤੁਹਾਨੂੰ ਜ਼ਰੂਰ ਪੁੱਛਣੀ ਆ ਵੀ ਜਿਹੜਾ ਭਾਸ਼ਾ ਵਿਭਾਗ ਹੈ, ਜੇ ਆਪਾਂ ਪੰਜਾਬ ਦੀ ਗੱਲ ਹੀ ਕਰ ਲਈਏ, ਮਾਂ ਬੋਲੀ ਪੰਜਾਬੀ ਦੀ ਆ ਗਈ। ਚਲੋ ਤੁਸੀਂ ਰਿਸਰਚ ਕਰਦੇ ਹੋ ਭਾਸ਼ਾ ਦੇ ਉੱਤੇ, ਹਰ ਇੱਕ ਭਾਸ਼ਾ ਦੇ ਉੱਤੇ, ਇੰਗਲਿਸ਼ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਆਉਂਦੀ ਆ, ਹਿੰਦੀ, ਪੰਜਾਬੀ, ਹੋਰ ਬਹੁਤ ਸਾਰੀਆਂ ਭਾਸ਼ਾਵਾਂ। ਪਰ ਜੇ ਪੰਜਾਬੀ ਨੂੰ ਦੇਖਦੇ ਆਪਾਂ ਪੰਜਾਬ ਦੇ ਵਿੱਚ ਭਾਸ਼ਾ ਵਿਭਾਗ ਦੀ ਗੱਲ ਕਰ ਲਈਏ, ਖਾਸ ਕਰਕੇ ਉਹ ਲਿਖਾਰੀਆਂ ਦੀ ਗੱਲ ਕਰ ਲਈਏ ਜਿਹੜੇ ਸਰਕਾਰੀ ਪੁਰਸਕਾਰ ਜਿਹੜਾ ਨੂੰ ਮਿਲਦੇ ਆ, ਇਨਾਮ ਮਿਲਦੇ ਆ, ਉਹ ਕੁਛ ਕਰ ਰਹੇ ਆ। ਕਿਉਂਕਿ ਇੱਕ ਜਿਹੜਾ ਤਬਕਾ ਹੈਗਾ ਉਹ ਇਹ ਵੀ ਕਹਿੰਦਾ ਹੈਗਾ ਵੀ ਜਿਹੜਿਆਂ ਨੂੰ ਸਰਕਾਰ ਨੇ ਗੱਫੇ ਦਿੱਤੇ, ਜਾਂ ਜਿਹੜਿਆਂ ਨੇ ਪੰਜਾਬੀ ਮਾਂ ਬੋਲੀ ਦੇ ਸਿਰ ਤੋਂ ਖਾਧਾ, ਜਾਂ ਉਹਨਾਂ ਦੇ ਏਡੇ ਨਾਂ ਬਣੇ, ਉਹ ਕੁਛ ਇੰਟਰਵਿਊਆਂ ਦੇ ਵਿੱਚ ਕੁਛ ਹੋਰ ਬੋਲ ਰਹੇ ਨੇ, ਸਟੇਜਾਂ ਦੇ ਉੱਤੇ ਗੱਲਾਂ ਹੋਰ ਹੁੰਦੀਆਂ, ਤੇ ਪ੍ਰੈਕਟੀਕਲ ਦੇ ਵਿੱਚ ਕੁਛ ਵੀ ਨਹੀਂ, ਉੱਥੇ ਚੀਜ਼ਾਂ ਬਦਲ ਜਾਂਦੀਆਂ ਗਈਆਂ। ਤੁਸੀਂ ਇਸ ਗੱਲ ਦੇ ਨਾਲ ਮੇਰੀ ਨਾਲ ਸਹਿਮਤ ਹੋ? ਤੁਹਾਡਾ ਬਹੁਤ ਵਧੀਆ ਸਵਾਲ ਹੈ, ਔਰ ਜਿਹਦੀ ਬਹੁਤ ਚਰਚਾ ਹੈ। ਤਾਂ ਇਹਦਾ ਜਵਾਬ ਬੜਾ ਸੌਖਾ ਜਿਹਾ ਹੈ ਕਿ ਆਪਾਂ ਪਿਛਲੇ ਸਾਲ ਦੀਆਂ ਅਖਬਾਰਾਂ ਚੁੱਕ ਲਈਏ ਜੀ, ਜਾਂ ਪਿਛਲੇ ਸਾਲ ਦੇ ਧਰਨੇ ਵੇਖ ਲਈਏ ਭਾਸ਼ਾ ਵਾਸਤੇ ਜਿਹੜੇ ਲੱਗੇ, ਪਿਛਲੇ ਸਾਲ ਦੇ ਕੋਈ ਰੋਸ ਮਾਰਚ ਹੋਏ ਹੋਣ, ਬਿਆਨਬਾਜ਼ੀ ਹੋਈ ਹੋਵੇ, ਤਾਂ ਅਖਬਾਰਾਂ ਵੇਖ ਲਈਏ ਵੀ ਕੌਣ ਬੋਲ ਰਿਹਾ, ਪਤਾ ਲੱਗ ਜਾਏਗਾ ਵੀ ਕਿਹੜਾ ਬੋਲਦਾ ਤੇ ਕਿਹੜਾ ਨਹੀਂ ਬੋਲਦਾ ਪਿਆ। ਮੈਂ ਬੜੀ ਜ਼ਿੰਮੇਵਾਰੀ ਨਾਲ ਗੱਲ ਆਖ ਸਕਦਾ ਹਾਂ, ਪੰਜਾਬ ਦੇ ਵਿੱਚ ਪੰਜਾਬੀ ਵਾਸਤੇ ਜਿੰਨੀ ਗੱਲ ਪੰਜਾਬ ਦੇ ਲਿਖਾਰੀਆਂ ਨੇ ਪਿਛਲੇ 60 ਸਾਲਾਂ ਦੇ ਵਿੱਚ ਕੀਤੀ ਹੈ, ਜਦੋਂ ਦਾ ਪੰਜਾਬ ਬਣਿਆ, ਹੋਰ ਕਿਸੇ ਧਿਰ ਨੇ ਪੰਜਾਬੀ ਵਾਸਤੇ ਇੰਨੀ ਗੱਲ ਨਹੀਂ ਕੀਤੀ। ਆ ਜਿਹੜੀਆਂ ਮੈਂ ਤੁਹਾਨੂੰ 2-3 ਮਿਸਾਲਾਂ ਦਿੱਤੀਆਂ ਨੇ ਇਮਤਿਹਾਨਾਂ ਦੀਆਂ, ਇਹਦੇ ਬਾਰੇ ਵੀ ਜਦੋਂ ਇਹ ਮਾਮਲਾ ਆਉਂਦਾ ਹੈ ਕਿ ਪੰਜਾਬੀ ਨੂੰ ਥਾਂ ਨਹੀਂ ਮਿਲ ਰਹੀ, ਤੇ ਇਹਦੇ ਬਾਅਦ ਜੇ ਕੋਈ ਰੌਲਾ ਪਾਉਂਦਾ ਹੈ, ਜਦੋਂ ਗੱਲ ਚੁੱਕਦਾ ਹੈ, ਬਿਆਨਬਾਜ਼ੀ ਹੁੰਦੀ ਹੈ ਜਾਂ ਕੋਈ ਰੋਸ ਕਰਨਾ ਹੁੰਦਾ ਹੈ, ਤਾਂ ਉਹ ਸਿਰਫ ਲਿਖਾਰੀ ਕਰਦੇ ਨੇ। ਦੂਜੇ ਜਿਹੜੇ ਨੇ, ਦੂਜਿਆਂ ਦਾ ਕੰਮ ਹੈ ਕਿ ਉਹਨਾਂ ਲਿਖਾਰੀਆਂ ਨੂੰ ਨਿੰਦੋ। ਔਰ ਮੈਂ ਸਮਝਦਾ ਕਿ ਉਹ ਕਿਉਂ ਲਿਖਾਰੀਆਂ ਨੂੰ ਨਿੰਦਣ ਤੇ ਜ਼ਿਆਦਾ ਨੇ, ਉਹਨਾਂ ਨੂੰ ਪਤਾ ਹੈ ਵੀ ਇਹ ਲਿਖਾਰੀਓ ਹੀ ਨੇ ਜਿਹੜੇ ਪੰਜਾਬੀ ਦੀ ਸਭ ਤੋਂ ਵੱਧ ਗੱਲ ਕਰਦੇ ਨੇ। ਤੇ ਜੇ ਇਹਨਾਂ ਨੂੰ ਅਸੀਂ ਪੈਂਚਰ ਕਰ ਦਈਏ, ਇਹਨਾਂ ਨੂੰ ਦਾਗੀ ਕਰ ਦਈਏ ਵੀ ਇਹ ਤੇ ਨਾਮ ਲੈਂਦੇ ਨੇ, ਤੇ ਜੀ ਇਹ ਤੇ ਬੜੇ ਸਿਫਾਰਸ਼ਾਂ ਨਾਲ ਨਾਮ ਲੈਂਦੇ ਨੇ, ਸਰਕਾਰੀ ਲਿਖਾਰੀ ਨੇ, ਤਾਂ ਫਿਰ ਸਾਡਾ ਪੰਜਾਬੀ ਨੂੰ ਮਾਰਨ ਦਾ, ਉਹ ਤਾਂ ਅੰਗਰੇਜ਼ੀ ਨੂੰ ਬਚਾਉਣ ਦਾ ਜਾਂ ਹਿੰਦੀ ਨੂੰ ਬਚਾਉਣ ਦਾ ਸਾਡਾ ਅੱਧਾ ਮਸਲਾ ਹੱਲ ਹੋ ਜਾਂਦਾ ਹੈ। ਇਸ ਕਰਕੇ ਬਹੁਤ ਲੋਕਾਂ ਦੀ ਭਾਸ਼ਾ ਵਿਭਾਗ ਦੇ ਇਨਾਮਾਂ ਦੇ ਉੱਤੇ ਜਿੰਨੀ ਬਿਆਨਬਾਜ਼ੀ ਆਉਂਦੀ ਹੈ, ਜਿੰਨੇ WhatsApp ਦੇ ਸੁਨੇਹੇ ਆਉਂਦੇ ਨੇ, ਜਿੰਨੇ ਆ Facebook ਦੇ ਉੱਤੇ ਮੈਸੇਜ ਆਉਂਦੇ ਨੇ, ਉਹਦਾ 100ਵਾਂ ਹਿੱਸਾ ਵੀ ਸਰਕਾਰ ਦੇ ਖਿਲਾਫ ਉਹਨਾਂ ਦੇ ਬਿਆਨ ਨਹੀਂ ਆਉਂਦੇ। ਬਈ ਤੁਸੀਂ ਕਿਉਂ ਜਿਹੜਾ ਨੌਕਰੀਆਂ ਦੇ ਵਿੱਚ, ਇਮਤਿਹਾਨਾਂ ਦੇ ਵਿੱਚ ਪੰਜਾਬੀ ਨੂੰ ਲਾਗੂ ਨਹੀਂ ਕਰ ਰਹੇ, ਤੁਸੀਂ ਕਿਉਂ ਨੀਤੀਆਂ ਜਿਹੜਾ ਸਕੂਲਾਂ ਦੇ ਵਿੱਚ ਪੰਜਾਬੀ ਬੋਲਣ, ਜਿਹੜਾ ਪੰਜਾਬੀ ਬੋਲਣ ਤੇ ਮਨਾਹੀ ਹੈ, ਸਰਕਾਰ ਉਹਦੇ ਵਾਸਤੇ ਕਿਉਂ ਨਹੀਂ ਕਰਦੀ? ਇਸ ਮਾਮਲੇ ਬਾਰੇ ਉਹਨਾਂ ਦਾ 100ਵਾਂ ਹਿੱਸਾ ਵੀ ਬਿਆਨ ਨਹੀਂ ਹੁੰਦੇ। ਬਾਕੀ ਜਿਹੜਾ ਲਿਖਾਰੀਆਂ ਨੂੰ ਭੰਡਣਾ, ਭਾਸ਼ਾ ਭਾਗ ਨੂੰ ਭੰਡਣਾ, ਇਹਨਾਂ ਦੇ ਉੱਤੇ ਉਹਨਾਂ ਦਾ ਬੜਾ ਜ਼ੋਰ ਲੱਗਾ ਹੋਇਆ। ਔਰ ਮੈਂ ਜ਼ਰੂਰ ਇਹ ਗੱਲ ਕਹਿਣਾ ਚਾਹੂੰਗਾ, ਮੈਂ ਇਹ ਨਹੀਂ ਕਹਿੰਦਾ ਸਾਰੇ ਪਾਕ ਨੇ। ਜਿਸ ਸਮਾਜ ਦੇ ਵਿੱਚ ਅਸੀਂ ਰਹਿ ਰਹੇ ਹਾਂ, ਜਿਸ ਤਰ੍ਹਾਂ ਦੇ ਦਬਾਅ ਨੇ, ਜਿਸ ਤਰ੍ਹਾਂ ਦੇ ਅਸੀਂ ਇੱਕ ਆਦਰਸ਼ ਸਮਾਜ ਤੇ ਰਹਿ ਨਹੀਂ ਰਹੇ, ਲਿਖਾਰੀ ਵੀ ਇਸ ਸਮਾਜ ਦਾ ਹਿੱਸਾ ਨੇ। ਉਹ ਵੀ ਸਮਝੌਤੇ ਕਰਦੇ ਹੋਣਗੇ ਥੋੜੇ ਬਾਤੇ। ਤਾਂ ਭਾਸ਼ਾ ਭਾਗ ਦੀਆਂ ਆਪਣੀਆਂ ਸਮੱਸਿਆ ਭਾਸ਼ਾ ਭਾਗ ਕੀ ਕਰ ਲਏਗਾ? ਭਾਸ਼ਾ ਭਾਗ ਨੂੰ ਜਦੋਂ ਸਰਕਾਰ ਨੇ ਦੀਵਾਨੀ ਦੇਣੀ ਨਹੀਂ, ਉਹਨਾਂ ਕੋਲ ਕਿਤੇ ਆਪਣਾ ਦਫ਼ਤਰ ਦਾ ਕੰਮ ਚਲਾਉਣ ਨੂੰ ਕਲਰਕ ਵੀ ਹੈ ਨਹੀਂ, ਤਾਂ ਕੀ ਉਹ ਪੰਜਾਬੀ ਭਾਸ਼ਾ ਦੀ ਖੋਜ ਕਰਨਗੇ? ਭਾਸ਼ਾ ਭਾਗ ਨੇ ਕਿੱਡਾ ਕੰਮ ਕੀਤਾ ਪੰਜਾਬੀ ਦਾ। ਜਦੋਂ ਪੰਜਾਬ ਬਣਿਆ 66 ਦੇ ਵਿੱਚ, ਭਾਸ਼ਾ ਭਾਗ ਨੂੰ ਜ਼ਿੰਮੇਵਾਰੀ ਦਿੱਤੀ ਗਈ, ਉੱਥੇ ਵੱਡੇ ਵੱਡੇ ਕੰਮ ਹੋਏ, ਕਿਤਾਬਾਂ ਲਿਖੀਆਂ ਗਈਆਂ, ਵੱਖ-ਵੱਖ ਵਿਗਿਆਨਾਂ ਦੀਆਂ ਕਿਤਾਬਾਂ ਲਿਖੀਆਂ ਗਈਆਂ, ਕੰਮ ਹੋਏ। ਪਰ ਸਰਕਾਰਾਂ ਨੂੰ ਲੱਗਿਆ ਵੀ ਇਹ ਤੇ ਕੰਮ ਬੜਾ ਪੁੱਠਾ ਸ਼ੁਰੂ ਹੋ ਗਿਆ, ਤੇ ਜੇ ਪੰਜਾਬੀ ਦੇ ਵਿੱਚ ਇੰਨਾ ਗਿਆਨ ਵਿਗਿਆਨ ਹੋਣ ਲੱਗ ਗਿਆ, ਤੇ ਫਿਰ ਤੇ ਸਾਡਾ ਜਿਹੜੀ ਦੁਕਾਨਦਾਰੀ ਅੰਗਰੇਜ਼ੀ ਵਾਲੀ ਚੱਲਣੀ ਨਹੀਂ ਹੈ। ਤਾਂ ਉਹਨਾਂ ਨੇ ਪੂਰਾ ਤੈਅ ਕੀਤਾ ਕਿ ਭਾਸ਼ਾ ਭਾਗ ਨੂੰ ਤਬਾਹ ਕਰੋ, ਇਹਨਾਂ ਨੂੰ ਨਾ ਉੱਥੇ ਇਹਨਾਂ ਨੂੰ ਬੰਦਾ ਦਿਓ ਕੰਮ ਕਰਨ ਵਾਲਾ,
ਜਿਹੜੇ ਬੰਦੇ ਦਿਓ ਉਹ ਵੀ ਜਿਹੜੇ ਸਿਫਾਰਿਸ਼ ਨੇ ਆਪਣੇ ਭਰਤੀ ਕਰਨੇ ਨੇ, ਜਿਨ੍ਹਾਂ ਤੋਂ ਕੱਲ ਨੂੰ ਵੋਟਾਂ ਲੈਣੀਆਂ ਨੇ, ਉਹ ਜਿਹੇ ਬੰਦੇ ਜਿਹੜੇ ਪੂਰੇ ਯੋਗ ਨਹੀਂ ਹਨ ਉਹਨਾਂ ਨੂੰ ਬਹੁਤਿਆਂ ਨੂੰ ਭਰਤੀ ਕਰੋ। ਤੇ ਭਾਸ਼ਾ ਵਿਭਾਗ ਦੀ ਜੋ ਹਾਲਤ ਬਣੀ ਉਹ ਤੁਹਾਡੇ ਸਾਹਮਣੇ। ਪੰਜਾਬ 'ਚ ਭਾਸ਼ਾ ਵਿਭਾਗ ਦੀ ਆਹੀ ਹਾਲਤ ਆ ਵੀ ਕਲਰਕ ਤੱਕ ਹੈ ਨਹੀਂ ਜਾਂ ਬਿਲਕੁਲ ਜੀ। ਇਸ ਸਰਕਾਰ ਨੇ ਆ ਕੇ ਥੋੜਾ ਜਿਹਾ ਕੰਮ ਚੰਗਾ ਕੀਤਾ ਕਿ ਇਹਨੇ ਜ਼ਿਲ੍ਹਿਆਂ ਦੇ ਉੱਤੇ ਜਿਹੜੇ ਭਾਸ਼ਾ ਅਫਸਰ ਸੀ ਉਹ ਲਾਏ ਨੇ, ਔਰ ਉਹ ਜਿਹੜੇ ਲਾਏ ਨੇ ਉਹ ਬਹੁਤੇ ਪਿਛਲੇ ਅਧਿਆਪਕ ਪਿਛੋਕੜ ਵਾਲੇ ਨੇ। ਤਾਂ ਉਹ ਜ਼ਿਲ੍ਹਾ ਅਫਸਰ ਦੇ ਜਿਹੜੇ ਭਾਸ਼ਾ ਅਫਸਰ ਨੇ ਕਰ ਰਹੇ ਨੇ, ਬੜੇ ਸਰਗਰਮੀ ਨਾਲ ਨੇ, ਬੜੇ ਕੰਮ ਕਰਦੇ ਨੇ, ਉਹਨਾਂ ਦੀ ਨੀਅਤ ਤੇ ਕੋਈ ਸ਼ੱਕ ਨਹੀਂ, ਪਰ ਕਰਦੇ ਕੀ ਨੇ ਉਹ ਸਨਮਾਨ ਸਮਾਗਮ ਕਰਦੇ ਨੇ, ਉਹ ਕਵੀ ਦਰਬਾਰ ਕਰਦੇ ਨੇ, ਉਹ ਜਿਹੜੇ ਨੇ ਇਹੋ ਜਿਹੇ ਸਮਾਗਮ ਕਰ ਛੱਡਦੇ ਨੇ। ਭਾਸ਼ਾ ਵਿਭਾਗ ਦੇ ਅਫਸਰਾਂ ਦਾ ਕੰਮ ਇਹ ਵੇ ਕਿ ਸਾਡੇ ਜ਼ਿਲ੍ਹੇ ਦੇ ਵਿੱਚ ਪੰਜਾਬੀ 'ਚ ਕੰਮ ਡੀਸੀ ਕਰਦਾ ਪਿਆ ਕਿ ਨਹੀਂ, ਪੰਜਾਬੀ 'ਚ ਐਸਪੀ ਕੰਮ ਕਰਦਾ ਗਿਆ ਨਹੀਂ, ਦਫ਼ਤਰਾਂ ਦੇ ਕਲਰਕ ਕੰਮ ਕਰਦੇ ਨੇ ਪਈ, ਕਿਹੜਾ ਭਾਸ਼ਾ ਵਿਭਾਗ ਦਾ ਦਫ਼ਤਰ ਪੰਜਾਬ ਦਾ ਭਾਸ਼ਾ ਅਫਸਰ ਰੋਜ਼ ਇਸ ਕੰਮ ਦੇ ਉੱਤੇ ਟੁਰਿਆ ਹੋਇਆ ਹੈ, ਜਾਂ ਜਾ ਕੇ ਵਹਿੰਦਾ ਤੇ ਪੜਤਾਲ ਕਰਦਾ ਔਰ ਫਿਰ ਸਰਕਾਰ ਨੂੰ ਰਪਟ ਦਿੰਦਾ ਹੈ ਔਰ ਫਿਰ ਉਹਨਾਂ ਨੂੰ ਜੁਰਮਾਨਾ ਹੁੰਦਾ ਹੈ ਜਾਂ ਉਹਨਾਂ ਨੂੰ ਰੋਕਿਆ ਜਾਂਦਾ ਹੈ। ਇਸ ਕੰਮ ਤੇ ਨਹੀਂ ਹਨ। ਭਾਸ਼ਾ ਵਿਭਾਗ ਦੀ ਕਾਰਵਾਈ ਤੁਹਾਨੂੰ ਬੜੀ ਮਿਲਦੀ ਹੈ, ਉਹਨਾਂ ਨੂੰ ਸੱਦਿਆ ਜਾਂਦਾ, ਸਨਮਾਨ ਹੁੰਦਾ ਹੈ, ਕਵੀ ਦਰਬਾਰ ਹੁੰਦੇ ਨੇ, ਬੜੇ ਖੁਸ਼ ਹੁੰਦੇ ਨੇ। ਇਸ ਕਰਕੇ ਆ ਜਿਹੜਾ ਕੰਮ ਥੋੜਾ ਸਰਕਾਰ ਨੇ ਭਾਸ਼ਾ ਵਿਭਾਗ ਦਾ ਕੀਤਾ, ਅਫਸਰ ਲਾਏ ਨੇ, ਗਤੀਵਿਧੀ ਥੋੜੀ ਵਧੀ ਹੈ, ਉਹਦੇ ਚ ਗੋਸ਼ਟੀਆਂ ਵੀ ਨੇ, ਮੈਂ ਵੀ ਕਈ ਵਾਰੀ ਜਾ ਕੇ ਬੋਲਿਆ ਮਾੜੀ ਹੈ, ਪਰ ਲੇਕਿਨ ਜੋ ਭਾਸ਼ਾ ਵਿਭਾਗ ਦੀ ਜ਼ਿੰਮੇਵਾਰੀ ਬਣਦੀ ਹੈ, ਜਿੱਡੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਔਰ ਜਿੱਡਾ ਪੰਜਾਬੀ ਦੇ ਉੱਤੇ ਸੰਕਟ ਹੈ, ਉਹਦੇ ਮੁਕਾਬਲੇ ਭਾਸ਼ਾ ਵਿਭਾਗ ਬਹੁਤ ਥੋੜੀ ਜ਼ਿੰਮੇਵਾਰੀ ਨਿਭਾ ਰਿਹਾ ਹੈ ਔਰ ਉਹਦੀ ਜ਼ਿੰਮੇਵਾਰ ਸਾਰੀ ਸਰਕਾਰ ਹੈ। ਜੇ ਭਾਸ਼ਾ ਵਿਭਾਗ ਨੂੰ ਕੀ ਕੰਮ ਹੈ, ਉਹ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ, ਉਹਨੂੰ ਕਿਵੇਂ ਕਰਾਇਆ ਜਾਏ, ਇਹ ਸਰਕਾਰ ਦੀ ਜ਼ਿੰਮੇਵਾਰੀ ਹੈ। ਜੇ ਭਾਸ਼ਾ ਵਿਭਾਗ ਦਾ ਕੋਈ ਅਫਸਰ ਪੂਰਾ ਕੰਮ ਨਹੀਂ ਕਰਦਾ ਤੇ ਭਾਸ਼ਾ ਮੰਤਰੀ ਉਹਨੂੰ ਪੁੱਛੇ, ਭਾਈ ਤੂੰ ਆਪਣਾ ਕੰਮ ਕਿਉਂ ਨਹੀਂ ਪੂਰਾ ਕਰ ਰਿਹਾ, ਤੂੰ ਜਾ ਕੇ ਫਲਾਣੇ ਦਫ਼ਤਰ ਦੀ ਨਿਗਰਾਨੀ ਕਿਉਂ ਨਹੀਂ, ਪੜਤਾਲ ਕਿਉਂ ਨਹੀਂ ਕੀਤੀ, ਸਾਨੂੰ ਦੱਸਿਆ ਕਿਉਂ ਹੈ ਵੀ ਉੱਥੇ ਕਿਉਂ ਨਹੀਂ, ਵੀ ਉੱਥੇ ਪੰਜਾਬੀ 'ਚ ਕੰਮ ਨਹੀਂ ਹੁੰਦਾ। ਤੇ ਪੰਜਾਬੀ 'ਚ ਕੰਮ ਕਿਹਨੇ ਕਰਨਾ ਹੈ? ਜਦੋਂ ਆਪਣੇ ਆਬਕਾਰੀ ਵਿਭਾਗ ਦੇ ਪੇਪਰ ਹੋਣੇ, ਪਰਚੇ ਹੋਣੇ ਸੀ ਤੇ ਸਿਲੇਬਸ ਆ ਗਿਆ, ਰੌਲਾ ਪੈ ਗਿਆ ਵੀ ਪੰਜਾਬੀ ਨੂੰ ਜਿਹੜਾ ਪੰਜਾਬ ਨਾਲ ਸੰਬੰਧਿਤ ਸਿਲੇਬਸ ਹੈ ਉਹ ਬਾਹਰ ਕੱਢਤਾ ਹੈ। ਤਾਂ ਅਸੀਂ ਬਿਆਨ ਕੀਤੇ, ਮੈਂ ਮੁੱਖ ਮੰਤਰੀ ਨੂੰ ਚਿੱਠੀ ਲਿਖੀ, ਮੈਂ ਸਿੱਖਿਆ ਮੰਤਰੀ ਨੂੰ ਚਿੱਠੀ ਲਿਖੀ, ਭਾਸ਼ਾ ਮੰਤਰੀ ਨੂੰ ਚਿੱਠੀ ਲਿਖੀ। ਉਸ ਚਿੱਠੀ ਦਾ ਜਵਾਬ ਮੈਨੂੰ 3 ਘੰਟੇ ਬਾਅਦ ਆ ਗਿਆ। ਪੰਜਾਬੀ 'ਚ ਮੈਂ ਚਿੱਠੀ ਲਿਖੀ ਸੀ, ਪੰਜਾਬੀ ਬਾਰੇ ਲਿਖੀ ਸੀ, ਪੰਜਾਬੀ ਦੇ ਹੱਕ 'ਚ ਲਿਖੇ ਸੀ, ਤੇ ਉਹਦੇ ਵਿੱਚ ਮੈਂ ਸਾਰੀਆਂ ਦਲੀਲਾਂ, ਤਰਕ ਸ਼ਰਕ, ਇੰਨੇ ਦਸਤਾਵੇਜ਼ ਨਾਲ ਲਿਖੇ ਸਨ, ਤਾਂ ਲਿਖੀ ਸੀ। 3 ਘੰਟੇ ਬਾਅਦ ਮੈਨੂੰ ਜਵਾਬ ਆਇਆ, ਤੇ ਜਵਾਬ ਆਇਆ ਅੰਗਰੇਜ਼ੀ ਵਿੱਚ ਆਇਆ। ਮੈਂ ਇੱਕ ਮਾਫੀ ਚਾਹੂੰਗਾ, ਜਿਹੜੀ ਤੁਸੀਂ ਇਹ ਚਿੱਠੀ ਲਿਖੀ ਸੀ, ਸਾਨੂੰ ਬਹੁਤ ਲੋਕ ਪੁੱਛਦੇ ਆ ਵੀ ਜੇ ਅਸੀਂ ਕੋਈ ਵੀ ਸਾਡੀਆਂ ਸਮੱਸਿਆਵਾਂ ਭਾਸ਼ਾ ਤੋਂ ਅਲੱਗ ਵੀ ਕਿੱਥੇ ਚਿੱਠੀ ਲਿਖੀ, ਉਹ ਵੀ ਜਾਣਕਾਰੀ ਦਿਓ। ਮੇਲ ਕਰੀ ਸੀ ਤੁਸੀਂ? ਮੈਂ ਤੁਹਾਨੂੰ ਉਹ ਚਿੱਠੀ ਮੇਰੀ ਘੱਲੀ ਹੋਈ ਚਿੱਠੀ, ਤੇ ਮੈਂ ਜਿਹੜੀ ਉਧਰੋਂ ਅੰਗਰੇਜ਼ੀ ਸਾਨੂੰ ਆਈ ਚਿੱਠੀ ਹੈ, ਸਕੱਤਰ ਸਾਹਿਬ ਦੇ ਸਕੱਤਰ ਨੇ, ਕਿਸੇ ਮੰਤਰੀ ਦੇ ਨਹੀਂ ਹਨ। ਸਕੱਤਰ ਜਾਂ ਕੋਈ ਛੋਟਾ ਸਕੱਤਰ ਹੈ, ਉਹਨਾਂ ਨੂੰ ਧਿਆਨ ਨਹੀਂ। ਮੈਂ ਦੋਵੇਂ ਚਿੱਠੀਆਂ ਤੁਹਾਨੂੰ ਮੁਹੱਈਆ ਕਰਾ ਦਿਆਂਗਾ ਔਰ ਤੁਸੀਂ ਉਹ ਵਿਖਾ ਸਕਦੇ ਹੋ ਵੀ ਪੰਜਾਬੀ ਬਾਰੇ ਪੰਜਾਬੀ ਚਿੱਠੀ ਲਿਖੀ ਗਈ ਔਰ ਮੁੱਖ ਮੰਤਰੀ ਦੇ ਦਫ਼ਤਰ ਵਿੱਚੋਂ ਅੰਗਰੇਜ਼ੀ 'ਚ ਜਵਾਬ ਆਇਆ। ਹੁਣ ਇਹ ਰਵੱਈਆ ਇੱਕ ਹੀ ਦੱਸਦਾ ਹੈ ਜਵਾਬ ਇਹ ਆ ਵੀ ਚਿੱਠੀ ਤੁਹਾਡੀ ਪੜ੍ਹ ਲਈ ਹੈ ਤੇ ਸੰਬੰਧਿਤ ਮਹਿਕਮੇ ਦੱਸਦਾ ਤੇ ਧਿਆਨ ਦਿੱਤਾ ਜਾਊਗਾ। ਹਾਂਜੀ, ਚਲੋ ਉਹ ਅਗਲੇ ਹੀ ਦਿਨ ਰੌਲਾ ਪੈ ਗਿਆ। ਅਗਲੇ ਹੀ ਦਿਨ ਜਿਹੜਾ ਅਧੀਨ ਸੇਵਾਵਾਂ ਬੋਰਡ ਹੈ ਉਹਨੇ ਉਹ ਸਾਰਾ ਸਿਲੇਬਸ ਲਾ ਕੇ ਸਿਲੇਬਸ को ਠੀਕ ਕਰ ਦਿੱਤਾ। ਤਾਂ ਇਸ ਕਰਕੇ ਹੁਣ ਉਹ ਜਿਹੜਾ ਚਿੱਠੀ ਲਿਖਣ ਵਾਲਾ ਹੈ ਉਹ ਪੰਜਾਬ ਦਾ ਬਹੁਤ ਵੱਡਾ ਅਫਸਰ ਹੈ, ਮੰਤਰੀ ਦੇ ਬਰਾਬਰ ਦਾ ਅਫਸਰ ਹੈ। ਉਹਦੀ ਕੀ ਮਾਨਸਿਕਤਾ ਜਦੋਂ ਇੱਕ ਪੰਜਾਬ ਦਾ ਰਾਜ ਭਾਸ਼ਾ ਐਕਟ ਆਉਂਦਾ ਵੀ ਪੰਜਾਬ ਦਾ ਜਿਹੜਾ ਕੰਮ ਹੈ ਪੰਜਾਬੀ 'ਚ ਹੋਊਗਾ, ਪਰ ਉਹ ਚਿੱਠੀ ਅੰਗਰੇਜ਼ੀ ਦੇ ਰਿਹਾ, ਉਹਦੀ ਮਾਨਸਿਕਤਾ ਕੀ ਹੈ? ਪਹਿਲਾਂ ਤਾਂ ਉਹ ਮੇਰੀ ਬੇਇੱਜ਼ਤੀ ਕਰ ਰਿਹਾ ਹੈ। ਇੱਕ ਬੰਦਾ ਜਿਹੜਾ 7 ਯੂਨੀਵਰਸਿਟੀਆਂ 'ਚ ਪੜ੍ਹਾ ਚੁੱਕਿਆ ਹੈ ਤੇ ਜਾਂ ਪੜ੍ਹਦਾ ਰਿਹਾ ਹੈ ਔਰ ਜਿਹਨਾਂ ਨੇ ਰਾਸ਼ਟਰਪਤੀ ਤੱਕ ਮੁਲਾਕਾਤਾਂ ਕੀਤੀਆਂ ਨੇ ਭਾਰਤ ਦੀਆਂ ਮਾਂ ਬੋਲੀਆਂ ਬਾਰੇ, ਉਹਨੂੰ ਪੰਜਾਬ ਦਾ ਇੱਕ ਦਫ਼ਤਰ ਦਾ ਬੰਦਾ ਉਹ ਆਂਦਾ ਤੇਰੀ ਤੇ ਮੈਂ ਮੂੰਹ ਤੇ ਮਾਰਾਂਗਾ ਚਪੇੜ, ਤੇਰੀ ਪੰਜਾਬੀ ਦੀ ਚਿੱਠੀ ਦਾ ਜਵਾਬ ਦਿਆਂਗਾ ਮੈਂ ਅੰਗਰੇਜ਼ੀ 'ਚ, ਵੱਜ ਗਈ ਮੇਰੇ ਮੂੰਹ ਤੇ ਚਪੇੜ। ਦੂਜੀ ਗੱਲ, ਉਹ ਬੰਦੇ ਦਾ ਪੰਜਾਬੀ ਦੇ ਪ੍ਰਤੀ ਕੀ ਰਵੱਈਆ ਹੈ, ਉਸ ਬੰਦੇ ਦਾ ਜਿਹੜਾ ਭਾਰਤੀ ਭਾਸ਼ਾਵਾਂ ਦੇ ਪ੍ਰਤੀ ਕੀ ਰਵੱਈਆ ਹੈ, ਇਹ ਤੁਸੀਂ ਹਿਸਾਬ ਲਾ ਸਕਦੇ ਹੋ। ਉਹ ਜਿਹੜੇ ਸਾਡੇ ਮਾਲਕ ਨੇ, ਜਿਹੜੇ ਸਾਨੂੰ ਚਲਾ ਰਹੇ ਨੇ, ਜਿਹੜੇ ਮਾਲਕ ਨੇ ਪੰਜਾਬ ਦੇ ਜਾਂ ਭਾਰਤ ਦੇ, ਜਦੋਂ ਉਹਨਾਂ ਦਾ ਰਵੱਈਆ ਇਹ ਹੋਵੇ ਤੇ ਭਾਰਤੀ ਭਾਸ਼ਾਵਾਂ ਦਾ ਕੀ ਬਣਨਾ? ਔਰ ਹੋਰ ਗੱਲ ਜਿਹੜੀ ਨਾਲ ਇਹ ਮੈਂ ਜੋੜਨੀ ਚਾਹਾਂਗਾ, ਮੈਂ ਪੰਜਾਬੀ ਭਾਸ਼ਾ ਨੂੰ ਮਾਨਾ ਮਾਰੋ ਗੋਲੀ, ਪੰਜਾਬੀ ਨੂੰ ਮਾਰੋ, ਤਮਿਲ ਨੂੰ ਮਾਰੋ, ਹਿੰਦੀ ਨੂੰ ਮਾਰੋ, ਮਾਰੋ ਸਾਰਿਆਂ ਨੂੰ ਗੋਲੀ, ਪਰ ਗੱਲ ਤੇ ਇਹ ਵੇ ਕਿ ਤੁਸੀਂ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਹੈ ਕਿ ਨਹੀਂ, ਭਾਰਤ ਨੂੰ ਅੱਗੇ ਲੈ ਕੇ ਜਾਣਾ ਹੈ ਕਿ ਨਹੀਂ, ਤਰੱਕੀ ਕਰਨੀ ਹੈ ਕਿ ਨਹੀਂ। ਤਰੱਕੀ ਤੁਹਾਡੀ ਹੋ ਨਹੀਂ ਸਕਦੀ। ਮੈਂ ਕਹਿੰਦਾ ਕਿ ਵੱਡੇ ਤੋਂ ਵੱਡੀ ਪੈਸਿਆਂ ਵਾਲਾ ਸਟਾਂਪ ਲਿਆਓ ਤੇ ਮੇਰੇ ਦਸਤਖਤ ਕਰਾ ਲਓ ਕਿ ਜਿਹੜਾ ਦੇਸ਼ ਆਪਣੀ ਭਾਸ਼ਾ ਦੇ ਵਿੱਚ ਪੜ੍ਹਦਾ ਨਹੀਂ, ਜਿਹੜਾ ਦੇਸ਼ ਆਪਣੀ ਭਾਸ਼ਾ ਵਿੱਚ ਕੰਮ ਨਹੀਂ ਕਰਦਾ, ਉਹਦਾ ਜੇ ਉਹਨੂੰ ਕੋਈ ਡੁੱਬਣ ਤੋਂ ਬਚਾ ਸਕਦਾ ਹੋਵੇ, ਅੱਜ ਤੱਕ ਇਤਿਹਾਸ 'ਚ ਡੁੱਬਣ ਨੂੰ ਬਚਿਆ ਕੋਈ ਨਹੀਂ, ਅੱਗੇ ਵੀ ਕੋਈ ਨਹੀਂ ਬਚੇਗਾ, ਕਿਉਂਕਿ ਅੱਜ ਦੇ ਯੁੱਗ ਵਿੱਚ ਕਿਸੇ ਵੀ ਦੇਸ਼ ਦੀ ਜਿਹੜੀ ਹੋਣੀ ਹੈ, ਭਵਿੱਖ ਹੈ, ਕੱਲ ਉਹਦਾ ਕੀ ਬਣਨਾ ਹੈ, ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਉਸ ਦੇਸ਼ ਦੀ ਸਿੱਖਿਆ ਕਿਵੇਂ ਦੀ ਹੈ। ਔਰ ਸਿੱਖਿਆ ਜਿਹੜੀ ਹੈ ਸਾਰੀ ਦੁਨੀਆ ਦੇ ਵਿੱਚ ਜਿੰਨੀ ਹੁਣ ਤੱਕ ਪੜਤਾਲ ਹੋਈ ਹੈ ਉਹ ਇਹ ਦੱਸਦੀ ਹੈ ਕਿ ਮਾਂ ਬੋਲੀ ਵਿੱਚ ਸਿੱਖਿਆ ਦਿੱਤੇ ਬਗੈਰ ਕਾਮਯਾਬੀ ਨਾਲ ਸਿੱਖਿਆ ਦਿੱਤੀ ਜਾ ਹੀ ਨਹੀਂ ਸਕਦੀ। ਔਰ ਉਹੀ ਦੇਸ਼ ਸਿੱਖਿਆ ਦੇ ਵਿੱਚ ਅੱਗੇ ਨੇ, ਗਿਆਨ, ਵਿਗਿਆਨ, ਤਕਨੀਕ, ਅਰਥਚਾਰੇ 'ਚ ਉਹੀ ਦੇਸ਼ ਅੱਗੇ ਨੇ ਜਿਹੜੇ ਆਪਣੇ ਮਾਂ ਬੋਲੀ ਸਿੱਖਿਆ ਦਿੰਦੇ ਨੇ ਪਏ। ਜਿਹੜੇ ਨਹੀਂ ਦਿੰਦੇ ਪਏ, ਭਾਰਤ ਵਰਗੇ, ਪਾਕਿਸਤਾਨ ਵਰਗੇ, ਬੰਗਲਾਦੇਸ਼ ਵਰਗੇ ਸਾਡੇ ਆਂਢੇ ਗੁਆਂਢੀ ਜਿਹੜੇ ਪਹਿਲਾਂ ਸਾਮਰਾਜ ਦੇ ਅਧੀਨ ਰਹੇ ਨੇ, ਉਹਨਾਂ ਦਾ ਕੀ ਹਾਲ ਹੈ? ਉਹਨਾਂ ਦੇ ਤੁਸੀਂ ਅਰਥਚਾਰੇ ਦੇ ਆંકੜੇ ਵੇਖ ਲਓ, ਗਿਆਨ ਵਿਗਿਆਨ ਦੇ ਵੇਖ ਲਓ,
ਉਹਦੇ ਆਪਣੇ ਦੇ ਜਿਹੜੇ ਨੇ ਉਹਨਾਂ ਦੇ ਜਿਹੜੇ ਸਿੱਖਿਆ ਦੇ ਵਿੱਚ ਉਹਨਾਂ ਦੀ ਯੂਨੀਵਰਸਿਟੀ ਭਾਰਤ ਦੀ ਇੱਕ ਵੀ ਯੂਨੀਵਰਸਿਟੀ 300 ਚ ਨਹੀਂ ਆਉਂਦੀ। 150 ਸਾਲ ਤੋਂ ਸਾਰੀਆਂ ਯੂਨੀਵਰਸਿਟੀਆਂ ਅੰਗਰੇਜ਼ੀ ਚ ਪੜ੍ਹਾਉਂਦੀਆਂ ਪਈਆਂ ਨੇ। ਔਰ ਆਖਰ ਤੇ ਗੱਲ ਮੈਂ ਜਿਹੜੀ ਗੱਲ ਕੀਤੀ ਗੱਲ ਮੈਂ ਖਤਮ ਕਰਨਾ ਚਾਹੁੰਦਾ ਮੈਂ ਜਿਹੜੀ ਮੈਂ ਜ਼ਰੂਰ ਗੱਲ ਕਰਨਾ ਕਿ ਮਾਂ ਬੋਲੀ ਵਿੱਚ ਪੜ੍ਹਿਆ ਤੋਂ ਬਿਨਾਂ ਅੰਗਰੇਜ਼ੀ ਵੀ ਨਹੀਂ ਆ ਸਕਦੀ। ਔਰ ਇਹ ਮੈਂ ਨਹੀਂ ਆਂਦਾ, ਇਹ ਜਿਹੜਾ ਦੁਨੀਆ ਦਾ ਸਭ ਤੋਂ ਵੱਡਾ ਡਾਕਟਰ ਹੈ ਬ੍ਰਿਟਿਸ਼ ਕਾਉਂਸਲ, ਜਿਹੜਾ ਆਈਲੈਟਸ ਦੇ ਪੇਪਰ ਲੈਂਦਾ ਹੈ, ਜਿਹੜਾ ਆਈਲੈਟਸ ਦੇ ਬੈਂਡ ਦਿੰਦਾ ਹੈ, ਜਿਹੜਾ ਆਈਲੈਟਸ ਦੀਆਂ ਫੀਸਾਂ ਲੈਂਦਾ ਹੈ 500-700 ਕਰੋੜ ਰੁਪਈਆ ਹਰ ਸਾਲ ਪੰਜਾਬ ਚੋਂ ਫੀਸਾਂ ਲੈ ਜਾਂਦਾ ਹੈ। ਉਹਦੀ ਕਿਤਾਬ ਦੇ ਵਿੱਚ ਲਿਖਿਆ ਹੈ ਕਿ ਲੋਕ ਇਹ ਸਮਝਦੇ ਨੇ ਕਿ ਅੰਗਰੇਜ਼ੀ ਮਾਧਿਅਮ ਵਿੱਚ ਪੜ੍ਹਾਓ ਅੰਗਰੇਜ਼ੀ ਵੱਧ ਆ ਜਾਊਗੀ, ਪਰ ਇਹ ਕੋਰਾ ਭਰਮ ਹੈ, ਇਹਦੇ ਵਾਸਤੇ ਕੋਈ ਸਬੂਤ ਨਹੀਂ। ਜੇ ਬਾਕੀ ਪੜ੍ਹਾਈ ਦੀਆਂ ਗੱਲਾਂ ਇੱਕੋ ਜਿਹੀਆਂ ਹੋਣ, ਬੱਚੇ ਦਾ ਪਿਛੋਕੜ ਇੱਕੋ ਜਿਹਾ ਹੋਵੇ, ਸਕੂਲ ਦੀ ਪੜ੍ਹਾਈ ਇੱਕੋ ਜਿਹੀ ਹੋਵੇ, ਤਾਂ ਜਿਹੜਾ ਬੱਚਾ ਮਾਂ ਬੋਲੀ ਮਾਧਿਅਮ ਵਿੱਚ ਪੜ੍ਹਦਾ ਹੈ ਅੰਗਰੇਜ਼ੀ ਨੂੰ ਇੱਕ ਵਿਸ਼ੇ ਵਜੋਂ ਥੋੜਾ ਦੇਰ ਨਾਲ ਪੜ੍ਹਦਾ, ਉਹ ਵੀ ਦੇਰ ਨਾਲ ਛੇਤੀ ਨਹੀਂ, ਉਹਨੂੰ ਅੰਗਰੇਜ਼ੀ ਵੱਧ ਆਊਗੀ। ਜਿਹੜਾ ਅੰਗਰੇਜ਼ੀ ਮਾਧਿਅਮ ਵਿੱਚ ਪੜ੍ਹਦਾ ਹੈ ਉਹਨੂੰ ਉਸ ਮਾਂ ਬੋਲੀ ਮਾਧਿਅਮ ਵਾਲੇ ਬੱਚੇ ਦੀ ਅੰਗਰੇਜ਼ੀ ਆ ਹੀ ਨਹੀਂ ਸਕਦੀ। ਜੇ ਬਾਕੀ ਗੱਲ ਹੁਣ ਜੇ ਚੰਡੀਗੜ੍ਹ 'ਚ ਉਹਦਾ ਦਫ਼ਤਰ ਹੈ ਬ੍ਰਿਟਿਸ਼ ਕਾਉਂਸਲ ਦਾ ਮੈਂ ਨਾਲ ਹੈ, ਤੇ ਜਿਹੜੇ ਸਾਡੇ ਚੰਡੀਗੜ੍ਹ ਦੇ ਜਿਹਨੇ ਮੈਨੂੰ ਚਿੱਠੀ ਲਿਖੀ ਉਹ ਚੰਡੀਗੜ੍ਹ 'ਚ ਹੀ ਰਹਿੰਦਾ ਹੈ, ਉਹਨਾਂ ਨੂੰ ਤੇ ਇਹ ਵੀ ਪਤਾ ਨਹੀਂ ਮੈਂ ਅੰਗਰੇਜ਼ੀ ਸਿੱਖਣ ਦਾ ਠੀਕ ਤਰੀਕਾ ਕੀ ਹੈ, ਜਿਹਦੀ ਉਹ ਦਿਨ ਰਾਤ ਉਹਨਾਂ ਦੇ ਦਿਮਾਗ ਦੇ ਵਿੱਚ ਮੈਂ ਚਾਹਾਂਗਾ ਕਿ ਟੂਣਾ ਕੀਤਾ ਹੋਇਆ ਅੰਗਰੇਜ਼ੀ ਨੇ ਉਹਨਾਂ ਦੇ ਦਿਮਾਗ ਦੇ ਉੱਤੇ ਟੂਣਾ ਕੀਤਾ ਹੋਇਆ ਔਰ ਉਹਨਾਂ ਦਾ ਦਿਮਾਗ ਬੇਕਾਰ ਹੋ ਚੁੱਕਾ ਹੈ। ਉਹਨਾਂ ਦੀ ਅੱਖਾਂ ਕੰਨ ਦਿਮਾਗ ਸਾਰੇ ਕੰਮ ਕਰਨਾ ਬੰਦ ਕਰ ਚੁੱਕੇ ਨੇ, ਕਿਉਂਕਿ ਉਹਨਾਂ ਨੂੰ ਇਹ ਨਹੀਂ ਪਤਾ ਕਿ ਮਾਰ ਕੀ ਆਉਂਦੇ ਨੇ, ਖੋਜ ਦੇ ਸਿੱਟੇ ਕੀ ਆਉਂਦੇ ਨੇ, ਸਾਰੀ ਸਫਲ ਦੁਨੀਆ ਕੀ ਆਉਂਦੀ ਹੈ, ਬ੍ਰਿਟਿਸ਼ ਕਾਉਂਸਲ ਕੀ ਆਉਂਦੀ ਹੈ, ਅੰਗਰੇਜ਼ੀ ਬਾਰੇ ਬ੍ਰਿਟਿਸ਼ ਕਾਉਂਸਲ ਕੀ ਆਉਂਦੀ ਹੈ। ਇਹ ਸਾਡੇ ਪੰਜਾਬ ਦੇ ਉਸ ਅੰਗਰੇਜ਼ੀ ਚਿੱਠੀ ਵਾਲੇ ਸਕੱਤਰ ਨੂੰ ਪਤਾ ਹੁੰਦਾ ਤੇ ਫਿਰ ਉਹ ਮੈਨੂੰ ਪੰਜਾਬੀ ਚਿੱਠੀ ਨਹੀਂ ਸੀ ਲਿਖਦਾ। ਇਸ ਕਰਕੇ ਭਾਈ ਇਹ ਜਿਹੜੀ ਅਗਿਆਨਤਾ ਹੈ, ਇਹ ਜਿਹੜੀ ਬੇਈਮਾਨੀ ਹੈ, ਇਹ ਜਿਹੜੀ ਮਿਲ ਕੇ ਜਿਹੜੀ ਇਹ ਕਾਕਟੇਲ ਜਿਹਨੂੰ ਆਪਾਂ ਆਖਦੇ ਨੇ ਆਮ ਤੌਰ ਤੇ, ਤੁਹਾਨੂੰ ਪਤਾ ਹੈ ਕਿ ਦੋ ਕਾਕਟੇਲਾਂ ਨੂੰ ਮਿਲਾ ਦੋ ਨਾ ਤੇ ਬੰਦੇ ਨੂੰ ਚੜ੍ਹਦੀ ਬੜੀ ਛੇਤੀ ਹੈ, ਦਿਮਾਗ ਦਾ ਛੇਤੀ ਭੌਂਤਰ ਜਾਂਦਾ ਹੈ। ਇਹ ਜਿਹੜੀ ਕਾਕਟੇਲ ਬਣੀ ਹੋਈ ਹੈ ਨਾ, ਇਹਨਾਂ ਦੇ ਦਿਮਾਗ ਭੌਂਤਰੇ ਹੋਏ ਨੇ, ਹੰਕਾਰ ਇਹਨਾਂ ਨੂੰ ਇੰਨਾ ਹੈ, ਇਹ ਕੁਝ ਸਿੱਖਣ ਦੀ ਲੋੜ ਨਹੀਂ ਮਹਿਸੂਸ ਕਰਦੇ, ਕੁਝ ਜਾਣਨ ਦੀ ਲੋੜ ਨਹੀਂ ਮਹਿਸੂਸ ਕਰਦੇ, ਤੇ ਜੇ ਇਹਨਾਂ ਨੂੰ ਪਤਾ ਲੱਗ ਵੀ ਜਾਏ ਤੇ ਫਿਰ ਵਿੱਚ ਸਿਆਪਾ ਜਿਹੜਾ ਹੈ ਉਹ ਇਹ ਵੇ ਕਿ ਇਹਨਾਂ ਨੂੰ ਮੁਨਾਫੇ ਦਾ ਆਪਣਾ ਫਿਕਰ ਹੈ। ਮੁਨਾਫਾ ਨਿੱਜੀ ਜਿਹੜਾ ਪੜ੍ਹਾਈ ਰਾਹੀਂ, ਨਿੱਜੀ ਸਕੂਲਾਂ ਰਾਹੀਂ, ਨਿੱਜੀ ਕਾਲਜਾਂ ਰਾਹੀਂ, ਨਿੱਜੀ ਵਿਸ਼ਵਵਿਦਿਆਲਿਆਂ ਦੀ ਪੜ੍ਹਾਈ ਤੋਂ ਮੁਨਾਫਾ ਹੈ। ਹੁਣ ਸਿੱਖਿਆ ਭਾਰਤ ਦੇ ਵਿੱਚ ਸਿੱਖਿਆ ਵਾਸਤੇ ਹੈ ਨਹੀਂ, ਭਾਰਤ ਦੇ ਵਿੱਚ ਸਿੱਖਿਆ ਮੁਨਾਫੇ ਵਾਸਤੇ ਵੇ। ਤੇ ਉਹ ਜਿੰਨਾ ਅੰਗਰੇਜ਼ੀ ਮਾਧਿਅਮ ਜਿੰਨਾ ਚਿਰ ਨਹੀਂ ਹੁੰਦਾ ਇਹ ਸਾਰੇ ਚੱਲ ਹੀ ਨਹੀਂ ਸਕਦੇ। ਜੇ ਪੰਜਾਬ ਇਹ ਕਾਨੂੰਨ ਬਣਾ ਦੇ ਵੀ ਪੜ੍ਹਾਈ ਸਾਰੀ ਸਕੂਲ ਦੀ ਘੱਟੋ ਘੱਟ ਹੋਊਗੀ ਪੰਜਾਬੀ 'ਚ, ਤਾਂ ਸਾਡੇ ਨਿੱਜੀ ਸਕੂਲ ਚੱਲ ਨਹੀਂ ਸਕਦੇ, ਅੰਗਰੇਜ਼ੀ ਮਾਧਿਅਮ ਸਕੂਲ ਚੱਲ ਨਹੀਂ ਸਕਦੇ, ਸਾਰੇ ਲੋਕ ਆਪਣੇ ਸਰਕਾਰੀ ਸਕੂਲਾਂ ਜਾਣਗੇ ਤੇ ਉਹਨਾਂ ਮੁਨਾਫਾ ਹੋ ਜਾਏਗਾ। ਇਸ ਕਰਕੇ ਇਹਦੀ ਇਹ ਜਿਹੜੀ ਮੁਨਾਫੇ ਦੀ ਇੱਕ ਲੱਤ ਹੈ ਉਹ ਅੰਗਰੇਜ਼ੀ ਮਾਧਿਅਮ ਹੈ। ਔਰ ਅੰਗਰੇਜ਼ੀ ਮਾਧਿਅਮ ਦੇ ਜਿਹੜੇ ਪੜ੍ਹਾਈ ਨੂੰ ਚਲਾਉਣ ਵਾਸਤੇ ਚਾਰ ਚਫੇਰੇ ਅੰਗਰੇਜ਼ੀ ਦਾ ਸਾਮਰਾਜ ਪੈਦਾ ਕਰਨਾ ਪੈਂਦਾ ਹੈ ਵੀ ਤੁਹਾਨੂੰ ਅੰਗਰੇਜ਼ੀ ਤੋਂ ਬਿਨਾਂ ਕੁਝ ਨਾ ਮਿਲੇ। ਤੁਹਾਡੀ ਹੁਣ ਆਪਣੇ ਪਿਓ ਨਾਲ ਵੀ ਅੰਗਰੇਜ਼ੀ 'ਚ ਗੱਲ ਹੋ ਸਕੇ, ਪੰਜਾਬੀ ਬੱਚੇ ਇੰਨੇ ਭੁੱਲ ਜਾਣ ਕਿ ਆਪਣੇ ਪਿਓ ਨਾਲ ਪੰਜਾਬੀ 'ਚ ਗੱਲ ਨਾ ਕਰ ਸਕਣ। ਜਿਹੜੇ ਨੂੰ ਅੰਗਰੇਜ਼ੀ ਨਹੀਂ ਆਉਂਦੀ ਉਹ ਤਾਂ ਕਹਿੰਦੇ ਵੀ ਬੰਦੇ ਹੀ ਨਹੀਂ, ਹਾਂਜੀ ਖੜਨ ਦੀ ਸੁੱਧ ਬੁੱਧ ਹੀ ਨਹੀਂ। ਤਾਂ ਮੈਂ ਉਹਨਾਂ ਨੂੰ ਇਹ ਆਣਾ ਵੀ ਪਹਿਲਾਂ ਤਾਂ ਬਾਬਾ ਨਾਨਕ ਨੂੰ ਆਪਾਂ ਨੂੰ ਬੰਦਿਆਂ ਦੀ ਸੂਚੀ ਚੋਂ ਕੱਢੀਏ, ਜੇ ਨਹੀਂ ਆਉਂਦਾ ਫਿਰ ਆਪਾਂ ਮਾਨਕੋਸ਼ ਵਾਲੇ ਆਪਣੇ ਭਾਈ ਕਾਹਨ ਸਿੰਘ ਨਾਭਾ ਨੇ, ਉਹਨਾਂ ਨੂੰ ਚਲੋ ਅੰਗਰੇਜ਼ੀ ਤੇ ਆਉਂਦੀ ਸੀ ਪਰ ਪੰਜਾਬੀ ਉਹਨਾਂ ਨੂੰ ਬੜੀ ਸੀ ਆਉਂਦੀ ਸੀ, ਉਹਨਾਂ ਪੰਜਾਬੀ 'ਚ ਬਹੁਤਾ ਲਿਖਿਆ। ਤੇ ਇਹ ਜਿਹੜੇ ਬੰਦੇ ਨੇ ਜਿਹੜੇ ਪੰਜਾਬੀ ਦੇ ਮਾਹਰ ਨੇ, ਵਿਦਵਾਨ ਨੇ, ਜਿਹਨਾਂ ਨੂੰ ਆਪਾਂ ਬੜੇ ਸਾਹਮਣੇ ਆ, ਤੇ ਉਹਨਾਂ ਨੂੰ ਆਪਾਂ ਪਹਿਲਾਂ ਤਾਂ ਬੰਦਿਆਂ ਦੀ ਸੂਚੀ ਚੋਂ ਕੱਢੀਏ ਜੇ ਇਹਨਾਂ ਦੀ ਸੋਚ ਦੇ ਮੁਤਾਬਕ। ਔਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਭਾਰਤ ਦੇ ਜਿੰਨੇ ਵੀ ਨੋਬਲ ਇਨਾਮ ਮਿਲੇ ਨੇ ਜਿੰਨੇ ਬੰਦਿਆਂ ਨੂੰ, ਉਹਨਾਂ ਸਾਰਿਆਂ ਦੀ ਆਪਣੇ ਸਕੂਲ ਦੀ ਪੜ੍ਹਾਈ ਆਪਣੀ ਮਾਂ ਬੋਲੀ 'ਚ ਹੋਈ ਹੈ। ਔਰ CV ਰਮਨ ਜਿਨ੍ਹਾਂ ਨੂੰ ਨੋਬਲ ਇਨਾਮ ਮਿਲਿਆ ਸੀ ਭੌਤਿਕ ਵਿਗਿਆਨ ਦਾ, ਉਹਨਾਂ ਦਾ ਉਹ ਪਰਚਾ ਜਿਹਦੇ ਤੋਂ ਉਹਨਾਂ ਨੂੰ ਨੋਬਲ ਇਨਾਮ ਮਿਲਿਆ ਸੀ ਉਹਨਾਂ ਪਹਿਲਾਂ ਤਮਿਲ 'ਚ ਲਿਖਿਆ ਸੀ ਔਰ ਉਸ ਤੋਂ ਬਾਅਦ ਅੰਗਰੇਜ਼ੀ। ਤਾਂ ਜਿਸ ਦੇਸ਼ ਦੇ ਮਾਲਕ ਚਲਾਉਣ ਵਾਲੇ, ਨੀਤੀਆਂ ਨੂੰ ਚਲਾਉਣ ਵਾਲੇ, ਸਾਡੀ ਹੋਣੀ ਤੈਅ ਕਰਨ ਵਾਲੇ, ਸਾਡਾ ਕੱਲ ਕੀ ਬਣਨਾ ਹੈ ਉਹਨਾਂ ਤੈਅ ਕਰਨ ਵਾਲੇ ਜਿਹੜੇ ਇੰਨੇ ਅਗਿਆਨੀ ਨੇ, ਜਿਨ੍ਹਾਂ ਨੂੰ ਦੀਨ ਦੁਨੀਆ ਦਾ ਕੋਈ ਪਤਾ ਹੀ ਨਹੀਂ, ਕੁਝ ਵੀ ਨਹੀਂ, ਇਹ ਵੀ ਨਹੀਂ ਪਤਾ ਵੀ ਅੰਗਰੇਜ਼ੀ ਪੜ੍ਹਾਉਣ ਦਾ ਠੀਕ ਤਰੀਕਾ ਕੀ ਹੈ, ਉਹਦਾ ਤੋਂ ਪੰਜਾਬੀ ਦਾ ਕੀ ਬਣੇਗਾ ਔਰ ਸਾਡੇ ਪੰਜਾਬ ਦਾ ਕੀ ਬਣੇਗਾ ਔਰ ਭਾਰਤ ਦੀਆਂ ਭਾਸ਼ਾਵਾਂ ਦਾ ਕੀ ਬਣੇਗਾ, ਇਹ ਅੰਦਾਜ਼ਾ ਲਾਉਣਾ ਕੋਈ ਔਖਾ ਕੰਮ ਨਹੀਂ। ਜੋਗਾ ਸਿੰਘ ਜੀ ਮੇਰਾ ਲਾਸਟ ਪ੍ਰਸ਼ਨ ਹੀ ਆ, ਅਖੀਰਲਾ ਸਵਾਲ ਆ ਮੇਰਾ। ਅਸੀਂ ਇੱਕ ਪ੍ਰੋਗਰਾਮ ਕੀਤਾ, ਉਹ ਹਰੇ ਕੱਲ ਨੂੰ ਸ਼ਾਇਦ ਰਿਲੀਜ਼ ਹੋ ਜੂ, ਮਾਂ ਬੋਲੀ ਨੂੰ ਲੈ ਕੇ। ਉਹਦੇ 'ਚ ਮੈਂ ਜਿਹੜਾ ਬਿਆਨ ਦਿੱਤਾ ਹੈਗਾ, ਉਹ ਅਸੀਂ ਦੋ ਨੌਜਵਾਨ ਬਹਿ ਕੇ ਕਰਦੇ ਆ, ਉਹ 'ਚ ਮੈਂ ਬਿਆਨ ਦਿੱਤਾ ਵੀ ਬੋਲੀ ਨੂੰ ਕੁਛ ਨਹੀਂ ਹੁੰਦਾ, ਘਬਰਾਓ ਨਾ, ਪਿੰਡਾਂ 'ਚ ਬਹੁਤ ਲੋਕ ਬੋਲਦੇ ਆ, ਬਹੁਤ ਮੁੰਡੇ ਬੋਲਦੇ ਆ। ਹੁਣ ਆਪਾਂ ਗੱਲ ਕਰ ਲਈਏ ਗਿਆਨੀ ਲੋਕਾਂ ਦੀ, ਜਿੱਥੋਂ ਚਿੱਠੀਆਂ ਇੱਥੋਂ ਪੰਜਾਬੀ 'ਚ ਜਾਂਦੀਆਂ ਉੱਥੋਂ ਅੰਗਰੇਜ਼ੀ 'ਚ ਆਉਂਦੀਆਂ, ਪਰ ਜਿਹੜਾ ਆਪਣਾ ਪਿੰਡਾਂ ਵਾਲਾ, ਚਾਹੇ ਉਹ ਮਝੈਲ ਹੋਣ, ਚਾਹੇ ਉਹ ਮਲਵਈ ਹੋਣ, ਚਾਹੇ ਦੁਆਬੇ ਵਾਲੇ, ਚਾਹੇ ਹੁਣ ਪੁਆਧੀ ਬਹੁਤ ਲੋਕ ਜਿੰਦਾ ਕਰ ਰਹੇ ਨੇ ਦੁਬਾਰਾ, ਤੇ ਜਿੰਦਾ ਹੋ ਵੀ ਗਈ ਆ ਉਹ। ਪਰ ਆਪਾਂ ਨੂੰ ਲੱਗਦਾ ਵੀ ਜਿਹੜੇ ਸੱਥਾਂ ਦੇ ਵਿੱਚ ਗੱਲਾਂ ਹੁੰਦੀਆਂ ਵੀ ਉੱਥੇ ਤਾਂ ਲੋਕ ਕਿਵੇਂ ਨਾ ਕਿਵੇਂ ਆਪਣੀਆਂ ਗੱਲਾਂ ਸੁਣ ਕੇ ਸਮਝਣਗੇ ਤੇ ਜਿਉਂਦਾ ਰੱਖਣਗੇ ਚੀਜ਼ਾਂ। ਨਹੀਂ, ਬਿਲਕੁਲ ਇੱਕੋ ਹੀ ਤਰੀਕਾ ਹੈ। ਜਦੋਂ ਤੁਹਾਡੀ ਸੱਤਾ, ਤੁਹਾਡੇ ਹਾਕਮ ਜਿਨ੍ਹਾਂ ਨੇ ਤੁਹਾਨੂੰ ਰਾਹ ਵਿਖਾਣਾ ਹੈ, ਜਿਨ੍ਹਾਂ ਨੇ ਅਗਵਾਈ ਦੇਣੀ, ਉਹ ਪੁੱਠੇ ਰਾਹ ਪਏ ਹੋਣ ਤਾਂ ਫਿਰ ਇੱਕੋ ਰਾਹ ਹੁੰਦਾ ਲੋਕਾਂ ਦਾ ਰਾਹ। ਪਰ ਜਿਹੜਾ ਗਲਬਾ ਅੰਗਰੇਜ਼ੀ ਦਾ ਹੁਣ ਨਾਲ ਹਿੰਦੀ ਦਾ ਇੰਨਾ ਜ਼ਿਆਦਾ ਪਾਇਆ ਜਾ ਰਿਹਾ ਹੈ ਕਿ ਆਮ ਬੰਦੇ ਨੂੰ ਲੱਗਦਾ ਭਾਈ ਬਚਾ ਹੀ ਨਹੀਂ, ਬਚਣਾ ਹੈ ਤਾਂ ਅੰਗਰੇਜ਼ੀ ਸਿੱਖੋ, ਬਚਣਾ ਹੈ ਤਾਂ ਹਿੰਦੀ ਸਿੱਖੋ। ਔਰ ਉਹ ਇੱਕੋ ਗੱਲ ਜਾਣਦੇ ਨੇ ਵੀ ਅੰਗਰੇਜ਼ੀ ਪੜ੍ਹਨ ਦਾ ਤਰੀਕਾ ਇਹ ਹੈ ਕਿ ਅੰਗਰੇਜ਼ੀ ਮਾਧਿਅਮ ਬੱਚੇ ਨੂੰ ਘੱਲ ਦਿਓ। ਤਾਂ ਹੁਣ ਆਮ ਬੰਦੇ ਨੂੰ
ਜੇ ਸਾਡੇ ਸਕੱਤਰਾਂ ਨੂੰ ਨਹੀਂ ਪਤਾ ਵੀ ਅੰਗਰੇਜ਼ੀ ਕਿਵੇਂ ਸਿੱਖਣੀ ਹੈ ਜੀ ਤਾਂ ਜੇ ਪਤਾ ਵੀ ਹੈ ਤੇ ਦੱਸਦੇ ਕਿਸੇ ਨੂੰ ਨਹੀਂ ਜਾਂ ਉਹਦੇ ਤੇ ਅਮਲ ਨਹੀਂ ਕਰਦੇ ਤੇ ਇੱਕ ਸਧਾਰਨ ਬੰਦਾ ਜਿਹੜਾ ਵਿਚਾਰਾ ਉਹਦੇ ਤੋਂ ਕੀ ਤੁਸੀਂ ਭਾਸ਼ਾ ਦੇ ਗੁੰਝਲਦਾਰ ਜੇ ਗੱਲਾਂ ਨੇ ਜਿਹੜੀਆਂ ਵੱਡੇ ਮਸਲੇ ਨੇ ਉਹਨਾਂ ਬਾਰੇ ਕੀ ਆਸ ਕਰਦੇ ਆ। ਤਾਂ ਲੋਕਾਂ ਇਹੋ ਜਿਹੇ ਹਾਲਾਤ ਪੈਦਾ ਕੀਤੇ ਜਾਂਦੇ ਨੇ, ਲੋਕ ਐਸੇ ਫਸ ਜਾਂਦੇ ਨੇ, ਉਹਨਾਂ ਕੋਲ ਕੋਈ ਚਾਰਾ ਹੀ ਨਹੀਂ ਬਚਦਾ। ਉਹਨਾਂ ਨੂੰ ਇੰਜ ਲੱਗਦਾ ਹੈ ਵੀ ਸਾਡੀ ਤੇ ਫਿਰ ਉਹਨਾਂ ਨੂੰ ਇਹ ਵੀ ਲੱਗਣ ਲੱਗ ਜਾਂਦਾ ਭਾਈ ਪੰਜਾਬੀ ਤੇ ਕੋਈ ਪੜ੍ਹਾਈ ਨਹੀਂ ਹੋ ਸਕਦੀ, ਪੰਜਾਬੀ ਤੇ ਗੱਲ ਨਹੀਂ ਚੰਗੀ ਹੋ ਸਕਦੀ, ਪੰਜਾਬੀ ਬੋਲ ਕੇ ਬੰਦਾ ਸਿਆਣਾ ਹੀ ਨਹੀਂ ਲੱਗ ਸਕਦਾ। ਤਾਂ ਉਹਨਾਂ ਨੂੰ ਫਿਰ ਇਹ ਸਾਰਾ ਕੁਝ ਲੱਗਣ ਲੱਗ ਜਾਂਦਾ ਔਰ ਫਿਰ ਘਰ ਦੇ ਵਿੱਚ ਵੀ ਨਿਆਣਿਆਂ ਨਾਲ ਵੀ ਆਪਣੀ ਮਾਂ ਬੋਲੀ ਛੱਡ ਕੇ ਹਿੰਦੀ ਹੁੰਦੀ ਅੰਗਰੇਜ਼ੀ ਆਵੇ ਪਹਿਲਾਂ ਬੋਲਦੇ ਨਾ ਆਵੇ ਫਿਰ ਹਿੰਦੀ 'ਚ ਬੋਲਣ ਲੱਗ ਜਾਵੇ, ਕੋਈ ਤਾਂ ਸਿਆਣਾ ਲੱਗੇ। ਤੇ ਮੈਂ ਉਹਨਾਂ ਭਰਾਵਾਂ ਨੂੰ ਉਹ ਭਰਾਵੋ ਤੂੰ ਜੇ ਹਿੰਦੀ ਨਾਲ ਬੰਦੇ ਨੂੰ ਤਰੱਕੀ ਹੁੰਦੀ ਹੋਵੇ ਜਾਂ ਸਿਆਣਾ ਲੱਗਦਾ ਹੋਵੇ ਤਾਂ ਫਿਰ ਆ ਜਿਹੜੇ ਭਰਾ ਸਾਡੇ ਉੱਤਰ ਪ੍ਰਦੇਸ਼ 'ਚੋਂ ਆ ਕੇ ਸਾਡੇ ਰੋਜ਼ ਸਾਡੇ ਜਿਹੜੇ ਨੇ ਇੱਕ ਤਰ੍ਹਾਂ ਦੇ ਨਾਲ ਅਸੀਂ ਉਹਨਾਂ ਦੀ ਕਈ ਭਰਾ ਦੀ ਬੇਇੱਜ਼ਤੀ ਵੀ ਕਰਦੇ ਨੇ, ਗਾਲਾਂ ਵੀ ਕੱਢਦੇ ਨੇ। ਪ੍ਰਦੇਸ਼ ਛੱਡ ਕੇ ਆਪਣਾ ਦੇਸ਼ ਛੱਡ ਕੇ ਪ੍ਰਦੇਸ਼ ਆਏ ਹੋ ਕੇ ਸਾਡੇ ਜਿਹੜੇ ਕੂੜਾ ਚੁੱਕਦੇ ਨੇ, ਸਾਡਾ ਗੰਦ ਚੁੱਕਦੇ ਨੇ। ਜੇ ਇੰਨੀ ਹਿੰਦੀ 'ਚ ਕੋਈ ਤਾਕਤ ਹੁੰਦੀ ਤਾਂ ਫਿਰ ਉੱਤਰ ਪ੍ਰਦੇਸ਼ ਦੁਨੀਆ ਦਾ ਬਹੁਤ ਵਿਕਾਸ ਜਿਹੜਾ ਹੈ ਵਿਕਸਿਤ ਸੂਬਾ ਹੁੰਦਾ ਤੇ ਉਹਨਾਂ ਨੂੰ ਸਾਡੀ ਆ ਕੇ ਇੱਥੇ ਮਜ਼ਦੂਰੀ ਨਾ ਕਰਨੀ ਪੈਂਦੀ। ਤਾਂ ਮੈਂ ਇਹ ਨਹੀਂ ਆਂਦਾ ਵੀ ਉਹ ਬਗਾਨੇ ਨੇ ਕੋਈ, ਅਸੀਂ ਤੁਹਾਨੂੰ ਆਪਣੇ ਨਾਗਰਿਕ ਨੇ, ਉਹ ਸਾਰਾ ਮਨੁੱਖ ਆਪਣੇ ਨੇ, ਅਸੀਂ ਤਾਂ ਧਰਤੀ ਦੇ ਮਨੁੱਖ ਨੂੰ ਆਪਣਾ ਸਮਝਦੇ ਹਾਂ। ਤਾਂ ਉਹ ਆਪਣੇ ਬੰਦੇ ਨੇ ਪਰ ਉਹਨਾਂ ਦਾ ਵੀ ਇਹਦੇ 'ਚ ਕੀ ਕਸੂਰ ਹੈ। ਤਾਂ ਇਸ ਕਰਕੇ ਇੱਕੋ ਰਾਹ ਬਚਦਾ ਹੈ ਕਿ ਲੋਕਾਂ ਕੋਲ ਜਾਇਆ ਜਾਏ ਔਰ ਲੋਕਾਂ ਨੂੰ ਸੱਚ ਦੱਸਿਆ ਜਾਏ ਭਾਈ ਕੀ ਤਰੀਕੇ ਕਿਸ ਤਰ੍ਹਾਂ ਪੜ੍ਹਾਈ ਠੀਕ ਹੋਏਗੀ, ਕਿਸ ਤਰ੍ਹਾਂ ਸਾਡਾ ਦਫ਼ਤਰਾਂ ਦਾ ਕੰਮਕਾਜ ਠੀਕ ਹੋਏਗਾ, ਕਿਸ ਤਰ੍ਹਾਂ ਸਾਡਾ ਜਿਹੜਾ ਅਰਥਚਾਰਾ ਠੀਕ ਹੋਏਗਾ, ਕਿਸ ਤਰ੍ਹਾਂ ਅਸੀਂ ਅੱਗੇ ਵਧਾਂਗੇ ਔਰ ਬਾਕੀ ਦੁਨੀਆ ਕੀ ਕਰਦੀ ਪਈ ਹੈ। ਬਾਕੀ ਦੁਨੀਆ ਵੀ ਭਾਸ਼ਾਵਾਂ ਸਿੱਖਦੀ ਪਈ ਹੈ। ਲਓ ਆ ਜਿਹੜੀ ਅੰਗਰੇਜ਼ੀ ਸਿੱਖਣ ਦੀ ਗੱਲ ਹੈ ਜਾਂ ਵਿਦੇਸ਼ੀ ਭਾਸ਼ਾ ਸਿੱਖਣ ਦੀ ਗੱਲ ਹੈ, ਇਹ ਸਾਰੀ ਦੁਨੀਆ ਜਦੋਂ ਨਿਆਣਾ 9-10 ਸਾਲ ਦਾ ਹੋ ਜਾਂਦਾ ਉਦੋਂ ਉਹਨੂੰ ਜਿਹੜੇ ਹੋਰ ਭਾਸ਼ਾ ਪੜ੍ਹਾਉਣੀ ਜਿਹੜੀ ਸ਼ੁਰੂ ਕਰਦੇ। ਸਾਰੀ ਦੁਨੀਆ ਜਦੋਂ ਮੈਂ ਆਣਾ ਤਾਂ ਮੇਰਾ ਮਤਲਬ ਭਾਰਤ, ਪਾਕਿਸਤਾਨ, ਬੰਗਲਾਦੇਸ਼ ਜਾਂ ਨਾਈਜੀਰੀਆ ਤੋਂ ਨਹੀਂ ਹੈ। ਮੇਰਾ ਮਤਲਬ ਉਹਨਾਂ ਦੇਸ਼ਾਂ ਤੋਂ ਜਿਨ੍ਹਾਂ ਨੂੰ ਅਸੀਂ ਤਾਕਤਵਰ ਦੇਸ਼ ਮੰਨਿਆ, ਜਿਨ੍ਹਾਂ ਤਰੱਕੀ ਕੀਤੀ ਹੈ। ਤਾਂ ਇਹ ਲੋਕਾਂ ਤੱਕ ਇਹ ਗੱਲ ਜਾਗਣ ਦੀ ਬਹੁਤ ਲੋੜ ਹੈ। ਤੁਹਾਡੇ ਨੂੰ ਖਾਸ ਤੌਰ 'ਤੇ ਤੁਹਾਡੇ ਜਿਹੜਾ ਖੇਤਰ ਦਾ ਪੱਤਰਚਾਰ ਜਿਹੜਾ ਪੱਤਰਕਾਰੀ ਦਾ ਜਿਹੜਾ ਖੇਤਰ ਹੈ ਉਹਦਾ ਮੈਂ ਖਾਸ ਤੌਰ 'ਤੇ ਬੇਨਤੀ ਕਰਨਾ ਵੀ ਤੁਹਾਡੇ ਕੋਲ ਬੜੀ ਤਾਕਤ ਹੈ, ਤੁਹਾਡੀ ਗੱਲ ਬੜੀ ਦੂਰ ਜਾਂਦੀ ਹੈ ਕਿ ਸੱਚ ਜਾਣੋ। ਜੋ ਜੋਗਾ ਸਿੰਘ ਨੇ ਅੱਜ ਤੁਹਾਡੇ ਸਾਹਮਣੇ ਬੋਲਿਆ ਉਹ ਸਾਰੇ ਕਾਸੇ ਨੂੰ ਝੂਠ ਜਾਣੋ ਔਰ ਉਹਦੀ ਪੜਤਾਲ ਕਰੋ। ਜੇ ਤੁਹਾਨੂੰ ਝੂਠ ਲੱਗਣ ਤਾਂ ਜੋਗਾ ਸਿੰਘ ਨੂੰ ਵੀ ਦੱਸੋ ਤੇ ਲੋਕਾਂ ਨੂੰ ਵੀ ਦੱਸੋ ਵੀ ਇਹ ਝੂਠ ਬੜੇ ਮਾਰਦਾ ਹੈ ਤੇ ਮੈਂ ਅਫਵਾਹਬਾਜ਼ੀ ਨਾ ਕਰਾਂ। ਤੇ ਜੇ ਠੀਕ ਲੱਗਦੀਆਂ ਨੇ ਤਾਂ ਫਿਰ ਲੋਕਾਂ ਨੂੰ ਇਹ ਗੱਲਾਂ ਜਾ ਕੇ ਜ਼ਰੂਰ ਦੱਸੋ ਬਈ ਇਹ ਜਿਹੜਾ ਸਾਡਾ ਅਸੀਂ ਡੁੱਬਣ ਦੇ ਕੰਢੇ ਆ। ਭਾਸ਼ਾ ਦਾ ਮਾਮਲਾ ਸਿਰਫ ਭਾਸ਼ਾ ਨੇ, ਪੰਜਾਬੀ ਦਾ ਸਵਾਲ ਨਹੀਂ ਹੈ, ਮਰਦੀਆਂ ਜਿਉਂਦੀ ਹੈ। ਜੇ ਪੰਜਾਬੀ ਨਹੀਂ ਬਚਦੀ, ਜੇ ਭਾਰਤ ਦੀਆਂ ਭਾਸ਼ਾਵਾਂ ਨਹੀਂ ਬਚਦੀਆਂ ਫਿਰ ਨਾ ਪੰਜਾਬ ਬਚੇਗਾ, ਨਾ ਭਾਰਤ ਬਚੇਗਾ, ਨਾ ਸਾਡਾ ਸੱਭਿਆਚਾਰ, ਵਿਰਸਾ, ਪਰੰਪਰਾ, ਧਰਮ। ਉਹ ਤੇ ਅਗਲੀਆਂ ਗੱਲਾਂ ਨੇ, ਉਹ ਤੇ ਆਪਾਂ ਉਹਨਾਂ ਗੱਲਾਂ ਲਗਾਈ ਨਹੀਂ ਕਿ ਲੋਕੀ ਉਹਨਾਂ ਨੂੰ ਤੇ ਵਾਧੂ ਜੀਆਂ ਗੱਲਾਂ ਸਮਝਦੇ ਨੇ। ਲੋਕ ਸਮਝਦੇ ਨੇ ਵੀ ਤਨਖਾਹ ਚੰਗੀ ਹੁੰਦੀ ਹੋਵੇ, ਵਿਗਿਆਨ ਤਕਨੀਕ ਇੰਜੀਨੀਅਰਿੰਗ ਚੰਗੀ ਹੁੰਦੀ ਹੋਵੇ, ਬਸ ਜਿਹੜਾ ਵਿਕਾਸ ਦਰ ਚੰਗੀ ਹੋਵੇ, ਤੇ ਇਹ ਗੱਲਾਂ ਨੇ। ਇਸੇ ਕਰਕੇ ਮੈਂ ਉਸ ਖੇਤਰ ਬਾਰੇ ਕਰਿਆ ਵੀ ਇਹ ਤੁਹਾਡਾ ਕੁਛ ਨਹੀਂ ਬਚਣਾ, ਨਾ ਤੁਹਾਡਾ ਵਿਗਿਆਨ ਬਚੂਗਾ, ਨਾ ਤੁਹਾਡਾ ਗਿਆਨ ਬਚੂਗਾ, ਨਾ ਸੱਭਿਆਚਾਰ ਬਚੂਗਾ, ਨਾ ਪੜ੍ਹਾਈ ਬਚੇਗੀ। ਤੇ ਜਦੋਂ ਬੰਦੇ ਦਾ ਕੁਛ ਨਾ ਬਚਿਆ, ਨਾ ਉਹ ਦੇਸ਼ ਬਚੇਗਾ, ਨਾ ਉਹ ਰਾਜ ਬਚੇਗਾ, ਨਾ ਉਹ ਬੰਦਾ ਬਚੇਗਾ। ਇਸ ਹਾਲਤ 'ਚ ਅਸੀਂ ਪਹੁੰਚੇ ਹੋਏ। ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਕੋਈ ਅੱਖਰ ਵੱਧ ਘੱਟ ਬੋਲਿਆ ਹੋਇਆ ਗਿਆ ਤਾਂ ਮਾਫ ਕਰਨਾ ਜੀ। ਸਤਿ ਸ੍ਰੀ ਅਕਾਲ ਜੀ। ਮੈਂ ਤੁਹਾਨੂੰ ਇਹ ਵੀ ਬੇਨਤੀ ਕਰੂੰਗਾ ਵੀ ਸਾਡਾ ਜਿਹੜਾ ਪੋਡਕਾਸਟ ਵਾਲਾ ਚੱਲਦਾ, ਤੁਸੀਂ ਜ਼ਰੂਰ ਸਾਡੇ ਦਫ਼ਤਰ ਵੀ ਆਓ। ਆਪਾਂ ਉੱਥੇ 2 ਘੰਟਿਆਂ ਦੀ ਇਹ ਲੰਬੀ ਜਿਹੜੀ ਵਾਰਤਾਲਾਪ ਆ, ਘੰਟਾ 2 ਘੰਟਿਆਂ ਦੀ, ਤਾਂ ਜੋ ਜਿਹੜਾ ਨੌਜਵਾਨ ਸਾਡਾ ਬਾਹਰ ਗਿਆ ਵਾ, ਇੱਥੋਂ ਆਪਾਂ ਕਹਿ ਦਈਏ ਵੀ ਪ੍ਰਵਾਸ ਹੋ ਰਿਹਾ ਹੈਗਾ, ਵੀ ਉਹ ਸਾਡੇ ਨੌਜਵਾਨ ਸਾਡੇ ਨਾਲ ਕਾਫੀ ਜੁੜੇ ਹੋਏ ਆ, ਵੀ ਉੱਥੇ ਵੀ ਅਸੀਂ ਇਹ ਜਿਹੜੀ ਚਿਣਗ ਹੈ ਇਹ ਬਾਲ ਸਕੀਏ ਤਾਂ ਜੋ ਉਹ ਵੀ ਕਿਵੇਂ ਨਾ ਕਿਵੇਂ ਆਪਣੀ ਜ਼ਰੂਰ। ਮੈਂ ਤੇ ਇਸੇ ਕੰਮ ਤੇ ਲੱਗਾ ਹੋਇਆ। ਮੈਂ ਇੱਕ ਤੁਹਾਨੂੰ ਹੋਰ ਖਾਸ ਬੇਨਤੀ ਕਰਨੀ ਚਾਹਣਾ ਜੀ ਕਿ ਜਦੋਂ ਤੁਸੀਂ ਗੱਲਬਾਤ ਕਰਾਉਂਦੇ ਹੋ, ਜਿਵੇਂ ਹੁਣ ਤਾਂ ਚਲੋ ਅਸੀਂ ਬਾਹਰ ਆ, ਜਦੋਂ ਤੁਸੀਂ ਉੱਥੇ ਗੱਲਬਾਤ ਕਰਾਓ ਆਪਣੇ ਦਫ਼ਤਰ 'ਚ, ਸਟੂਡੀਓ 'ਚ, ਤਾਂ ਅੰਗਰੇਜ਼ੀ ਦੇ ਹੱਕ 'ਚ ਬੋਲਣ ਵਾਲੇ ਬੰਦੇ ਜ਼ਰੂਰ ਸੱਦੋ ਜੀ। ਜਿਹੜੇ ਆਂਦੇ ਵੀ ਅੰਗਰੇਜ਼ੀ 'ਚ ਪੜ੍ਹਾਈ ਹੋਣੀ ਚਾਹੀਦੀ ਹੈ, ਅੰਗਰੇਜ਼ੀ 'ਚ ਕੰਮ ਹੋਣਾ ਚਾਹੀਦਾ, ਅੰਗਰੇਜ਼ੀ ਜ਼ਰੂਰੀ ਹੈ, ਅੰਗਰੇਜ਼ੀ ਬਿਨਾਂ ਗਿਆਨ ਨਹੀਂ ਹੋ ਸਕਦਾ। ਮੈਂ ਚਾਹਾਂਗਾ ਕਿ ਉਹ ਸਾਹਮਣੇ ਬੈਠੇ ਹੋਣ ਔਰ ਸਾਹਮਣੇ ਬਹਿ ਕੇ ਗੱਲ ਹੋਵੇ, ਫਿਰ ਪਤਾ ਲੱਗੇਗਾ ਵੀ ਸਾਡੀਆਂ ਗੱਲਾਂ ਝੂਠ ਨੇ, ਜੇ ਜਿਹੜੀਆਂ ਝੂਠ ਨੇ ਅਸੀਂ ਵੀ ਸਿੱਖੀ ਹੈ, ਸਾਨੂੰ ਵੀ ਪਤਾ ਲੱਗੇ ਸੱਚ ਝੂਠ ਕੀ ਹੈ। ਤਾਂ ਇਕੱਲੇ ਵੀ ਕਰੀਏ, ਪਰ ਇੱਕ ਵਾਰੀ ਮੈਂ ਚਾਹਾਂਗਾ ਕਿ ਤੁਸੀਂ ਉਹ ਬੰਦੇ ਲੱਭੋ ਕਿ ਜਿਹੜੇ ਬੰਦੇ ਅੰਗਰੇਜ਼ੀ ਦੇ ਹੱਕ 'ਚ ਬੋਲਣ ਵਾਲੇ ਨੇ। ਉਹ ਕਹਿੰਦੇ ਅੰਗਰੇਜ਼ੀ 'ਚ ਪੜ੍ਹਾਈ ਹੋਣੀ ਚਾਹੀਦੀ ਹੈ, ਅੰਗਰੇਜ਼ੀ 'ਚ ਕੰਮ ਹੋਣਾ ਚਾਹੀਦਾ, ਜਾਂ ਅੰਗਰੇਜ਼ੀ 'ਚ ਤਰੱਕੀ ਹੋ ਸਕਦੀ ਹੈ, ਜਾਂ ਅੰਗਰੇਜ਼ੀ ਕਿਸੇ ਨੇ ਤਰੱਕੀ ਕੀਤੀ ਹੈ ਆਪਣੀ ਮਾਂ ਬੋਲੀ ਛੱਡ ਕੇ, ਉਹਨਾਂ ਨਾਲ ਆਮਣੇ ਸਾਹਮਣੇ ਬਹਿ ਕੇ ਮੈਂ ਜ਼ਰੂਰ ਗੱਲ ਕਰਨੀ ਚਾਹੁੰਦਾ ਵਾਂ। ਤਾਂ ਜੇ ਹੁਣ ਤਾਂ ਬਹੁਤ ਉਹਨਾਂ ਨੂੰ ਸਵਾਗਤ ਹੋਏਗਾ ਔਰ ਮੈਨੂੰ ਚੰਗਾ ਲੱਗੇਗਾ। ਬਹੁਤ ਬਹੁਤ ਧੰਨਵਾਦ ਜੀ। ਸੋ ਇਹ ਸੀ ਜੋਗਾ ਸਿੰਘ ਵਿਰਕ। ਤੁਸੀਂ ਸ਼ਖਸੀਅਤ ਬਾਰੇ ਤੁਹਾਨੂੰ ਸਾਰਾ ਕੁਝ ਮੁਲਾਕਾਤ ਨੇ ਦੱਸ ਹੀ ਦਿੱਤਾ ਹੋਊਗਾ ਵੀ ਭਾਸ਼ਾ ਨੂੰ ਲੈ ਕੇ ਜਾਂ ਮਾਂ ਬੋਲੀ ਨੂੰ ਲੈ ਕੇ ਇਹ ਕਿੰਨੇ ਚਿੰਤਤ ਨੇ ਤੇ ਕਿੰਨੇ ਭਾਵੁਕ ਵੀ ਹੋ ਜਾਂਦੇ ਨੇ ਤੇ ਗੁੱਸੇ ਨਾਲ ਗੱਲ ਵੀ ਕਰਦੇ ਨੇ। ਤੇ ਖਾਸ ਕਰਕੇ ਮੈਂ ਇਹ ਵੀ ਬੇਨਤੀ ਕਰੂੰਗਾ ਵੀ ਜੇ ਕੋਈ ਹੈਗਾ ਬੰਦਾ ਜਿਹੜਾ ਕਹਿੰਦਾ ਵੀ ਅੰਗਰੇਜ਼ੀ ਹੀ ਸਭ ਕੁਛ ਆ, ਅੰਗਰੇਜ਼ੀ ਤੋਂ ਬਿਨਾਂ ਬੰਦਾ ਨਹੀਂ ਹੁੰਦਾ, ਤਾਂ ਉਹ ਸਾਨੂੰ ਜ਼ਰੂਰ ਟਿੱਪਣੀ ਕਰਨ ਤਾਂ ਅਸੀਂ ਉਹਨੂੰ
ਆਪਦਾ ਸੰਪਰਕ ਨੰਬਰ ਦੇਵਾਂਗੇ ਜਾਂ ਸਾਡੇ ਨਾਲ ਸੰਪਰਕ ਕਰਨ। ਸਾਡੇ ਫੇਸਬੁੱਕ ਪੇਜ ਤੇ ਉਹ ਸੰਪਰਕ ਨੰਬਰ ਹੈਗਾ ਗਾ, ਤੇ ਅਸੀਂ ਉਹਨਾਂ ਦੀ ਜਿਹੜੀ ਆ ਮੁਲਾਕਾਤ ਜਾਂ ਉਹਨਾਂ ਦਾ ਜਿਹੜਾ ਜੱਫਾ ਗਾ ਉਹ ਜੋਗਾ ਸਿੰਘ ਵਿਰਕ ਦੇ ਨਾਲ ਜ਼ਰੂਰ ਲਵਾਵਾਂਗੇ। ਅੱਜ ਦੀ ਮੁਲਾਕਾਤ ਕਿਵੇਂ ਲੱਗੀ ਟਿੱਪਣੀ ਕਰਕੇ ਵੀ ਦੱਸਿਓ। ਤੁਸੀਂ ਆਪਣਾ ਸਮਾਂ ਦਿੱਤਾ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਨਹੀਂ ਜੱਫਾ ਨਹੀਂ, ਪ੍ਰੇਮ ਦੀਆਂ ਬਾਤਾਂ ਕਰਾਂਗੇ। ਜਿਹੜਾ ਵੀ ਆਏਗਾ ਇਸ ਗੱਲ ਬਾਰੇ ਹਰ ਇੱਕ ਤੋਂ ਸਿੱਖਣਾ ਚਾਹੀਦਾ। ਜੇ ਕਿਸੇ ਕੋਲ ਕੋਈ ਦਲੀਲ, ਤੱਥ, ਅੰਕੜੇ, ਵਿਚਾਰ ਹੈ ਨੇ ਤੇ ਆਪਾਂ ਨੂੰ ਇਹਨਾਂ ਤੋਂ ਸਿੱਖਣਾ ਚਾਹੀਦਾ। ਆਪਾਂ ਉਹਨਾਂ ਪਿਆਰ ਦੀ ਗੱਲ ਕਰਾਂਗੇ, ਸਾਹਮਣੇ ਜੱਫਾ ਲਾਉਣਾ, ਆਪਾਂ ਸਾਹਮਣੇ ਪਿਆਰ ਦੀ ਗੱਲ, ਪਿਆਰ ਦੀ ਜੱਫੀ ਪਾਵਾਂਗੇ, ਪਰ ਉਂਝ ਨਹੀਂ, ਉਸ ਤਰ੍ਹਾਂ ਗੁੱਸੇ ਵਾਲੀ ਨਹੀਂ। ਜੀ ਧੰਨਵਾਦ। ਸਤਿ ਸ਼੍ਰੀ ਅਕਾਲ।